ਤੁਸੀਂ ਪਿਛਲੇ ਦਿਨਾਂ 'ਚ ਇੱਕ ਵੀਡੀਓ ਦੇਖੀ ਹੋਣੀ ਜਿਹਦੇ ਵਿੱਚ ਕਰਨਾਲ ਦਾ SDM ਕਹਿ ਰਿਹਾ ਕਿ ਡੰਡਾ ਐਸੀ ਥਾਂ ਤੇ ਮਾਰਨਾ ਕਿ ਸਿਰ ਹੈ ਜਿਹੜਾ ਉਹ ਪਾੜ ਜਾਵੇ, ਲੱਤ ਤੇ ਡੰਡਾ ਨਹੀਂ ਮਾਰਨਾ। ਗੌਰਮੈਂਟ ਧੱਕਾ ਕਰੂਗੀ ਕਿ ਕੋਈ ਐਮਰਜੈਂਸੀ ਲਾ ਕੇ ਜਾਂ ਕੁਝ ਇਦਾਂ ਦਾ ਸਿਸਟਮ ਲਾ ਕੇ, ਕਿਉਂਕਿ ਜਿੱਦਾਂ ਕੀਲਾ ਉਹਨਾਂ ਦੀ ਗਰਦਨ 'ਚ ਫਸਿਆ ਸੈਂਟਰ ਦੀ ਸਰਕਾਰ 'ਚ, ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਐਸੀ ਕੋਈ ਸਰਕਾਰ ਆਈ ਹੋਊਗੀ। ਤਾਂ ਇਹ ਜਿਹੜਾ ਪੰਜਾਬ ਹੈ ਇਹ ਦੁਬਾਰੇ ਤਖਤੇ ਪਲਟ ਵੱਲ ਨੂੰ ਵਧੂਗਾ ਤੇ ਇਹ ਪਹਿਲ ਕਰੂਗਾ। ਇੱਥੇ ਮਾਰਕਾਟ ਹੋਊਗੀ, ਕਿਉਂਕਿ ਅਸੀਂ ਕਦੇ ਵੀ ਜਰ ਨਹੀਂ ਸਕਦੇ ਕਿ ਕੋਈ ਬਗਾਨਾ ਬੰਦਾ ਆ ਕੇ, ਮਤਲਬ ਕਾਰਪੋਰੇਟ ਘਰਾਣੇ ਤਾਂ ਬਹੁਤ ਦੂਰ ਦੀ ਗੱਲ ਹੈ। ਅਸੀਂ ਕੀ ਖੱਟਿਆ, ਇੰਨਾ ਪੈਸਾ ਲਾਤਾ, ਅੱਧੇ ਪੰਜਾਬ ਦਾ ਕਰਜ਼ਾ ਉਤਰ ਜਾਣਾ ਸੀ। ਦੇਖੋ ਉਹ ਮਾਨਸਿਕਤਾ ਦੇਖੋ ਜਿਹੜੇ ਲੋਕ ਸਵਾਲ ਕਰਦੇ ਆ ਕਿ ਕਿਹੋ ਜਿਹੀ ਹੈ। ਜੇ ਅਸੀਂ ਖੱਟਣ ਦੀ ਗੱਲ ਕਰੀਏ ਤਾਂ ਅਸੀਂ ਇਹ ਖੱਟਿਆ ਕਿ ਇੰਗਲੈਂਡ ਦੇ ਵਿੱਚ ਇੱਕ ਮੇਰਾ ਦੋਸਤ ਹੈ, ਮੇਰੀ ਉਹਦੇ ਨਾਲ ਫੋਨ ਤੇ ਗੱਲ ਹੁੰਦੀ ਸੀ। ਉਹ ਟੈਕਸੀ ਚਲਾਉਂਦਾ ਸੀ, ਏਅਰਪੋਰਟ ਤੋਂ ਸਵਾਰੀ ਲੈ ਕੇ ਨਿਕਲਿਆ, ਉਹਦੇ 'ਚ ਗੋਰਾ ਬੈਠਾ ਸੀ ਕੋਈ। ਹੁਣ ਉਸ ਗੋਰੇ ਨੇ ਉਹਨੂੰ ਪੁੱਛਿਆ ਕਿ ਤੂੰ ਕਿੱਥੋਂ ਹੈ? ਉਹਨੇ ਕਿਹਾ ਮੈਂ ਇੰਡੀਆ ਤੋਂ ਆ, ਪੰਜਾਬ ਤੋਂ। ਉਹ ਕਹਿੰਦਾ ਜਦੋਂ ਮੈਂ ਪੰਜਾਬ ਕਿਹਾ, ਇੰਡੀਆ ਕਿਹਾ, ਤਾਂ ਪਹਿਲਾ ਸ਼ਬਦ ਜਿਹੜਾ ਉਸ ਗੋਰੇ ਦੇ ਮੂੰਹੋਂ ਨਿਕਲਿਆ ਉਹ ਇਹ ਨਿਕਲਿਆ ਕਿ ਫਾਰਮਰ ਪ੍ਰੋਟੈਸਟ। ਜਿਨ੍ਹਾਂ ਲੋਕਾਂ ਨੂੰ ਕਿਸਾਨ ਸ਼ਬਦ ਦਾ ਮਤਲਬ ਨਹੀਂ ਪਤਾ ਸੀ, ਉਹ ਲੋਕ ਅੱਜ ਸਾਡੀ ਸਪੋਰਟ ਦੇ ਵਿੱਚ ਆ ਕੇ ਖੜ ਗਏ, ਤੇ ਜਿਨ੍ਹਾਂ ਨੂੰ ਅਸੀਂ ਸਮਝਦੇ ਸੀ ਕਿ ਕਿਸਾਨਾਂ ਦੇ ਪੁੱਤ ਨੇ, ਉਹ ਸਾਡੇ ਦੁਸ਼ਮਣਾਂ ਦੇ ਨਾਲ ਜਾ ਕੇ ਖੜ ਗਏ। ਸਭ ਤੋਂ ਵੱਡੀ ਐਗਜ਼ਾਮਪਲ ਪੰਜਾਬ ਦਾ ਬੱਬਰ ਸ਼ੇਰ ਸਨੀ ਦਿਓਲ। ਇਹ ਲੋਕਤੰਤਰ ਹੈ ਜਿਹੜਾ ਤਿੰਨ ਕਾਲੇ ਕਾਨੂੰਨਾਂ ਤੋਂ ਅੱਜ ਤੀਵੀਆਂ ਦੀਆਂ ਗੁੱਤਾਂ ਤੱਕ ਪਹੁੰਚ ਗਿਆ, ਸਾਡੀਆਂ ਭੈਣਾਂ ਦੀਆਂ ਗੁੱਤਾਂ ਤੱਕ ਪਹੁੰਚ ਗਿਆ। ਤੁਸੀਂ ਦੇਖੋ ਪਿਛਲੇ ਦਿਨੀ ਕਿਵੇਂ ਤਸ਼ੱਦਦ ਕੀਤਾ ਗਿਆ, 15 ਬੰਦਿਆਂ ਦੇ ਖੜਾ ਕੇ ਚੰਡੀਗੜ੍ਹ ਦੇ ਵਿੱਚ ਗੱਭੇ ਇੱਕ ਭੈਣ ਨੂੰ ਬੇਇੱਜ਼ਤ ਕੀਤਾ ਗਿਆ, ਛੋਟੇ ਛੋਟੇ ਜਵਾਕਾਂ ਤੇ ਤਸ਼ੱਦਦ ਕੀਤਾ ਗਿਆ। ਤਾਂ ਇਹਨੂੰ ਅਸੀਂ ਸਰਕਾਰ ਨਹੀਂ ਕਹਿ ਸਕਦੇ, ਇਹਨੂੰ ਲੋਕਤੰਤਰ ਨਹੀਂ ਕਹਿ ਸਕਦੇ, ਇਹ ਇੱਕ ਗੁੰਡਾ ਤੰਤਰ ਹੈ। ਮੰਚ ਦੇ ਉੱਤੇ ਬਿਰਾਜਮਾਨ ਮੇਰੇ ਬੜੇ ਹੀ ਸਤਿਕਾਰਯੋਗ ਆਗੂ ਸਰਦਾਰ ਰਾਜੇਵਾਲ ਸਾਹਿਬ, ਦਰਸ਼ਨਪਾਲ ਜੀ, ਪੰਨੂ ਸਾਹਿਬ, ਹੋਰ ਵੀ ਜਿੰਨੀ ਬੁੱਧੀਜੀਵੀ ਮੇਰੇ ਇੱਥੇ ਆਗੂ ਪਹੁੰਚੇ ਨੇ, ਭਰਾ ਪਹੁੰਚੇ ਨੇ, ਛੋਟਾ ਵੀਰ ਨਰਵੈਰ ਪੰਨੂ, ਰਣਵੀਰ ਵੀਰ, ਜਿਨ੍ਹਾਂ ਨੇ ਇਹ ਸਾਰਾ ਅੱਜ ਦਾ ਸਮਾਗਮ ਹੈ ਇਹ ਸਿਰਜਿਆ, ਇਹਨੂੰ ਇੱਕ ਐਸਾ ਰੂਪ ਦਿੱਤਾ ਕਿ ਇਹਨਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਬਹੁਤ ਵਾਰੀ, ਮੈਂ ਤਾਂ ਇੱਥੇ ਤਕਰੀਬਨ 4-5 ਵਾਰੀ ਆਇਆ, ਪਰ ਮੈਂ ਆਇਆ ਉਦੋਂ ਕਿ ਜਦੋਂ ਕੋਈ ਯੂਥ ਫੈਸਟੀਵਲ ਹੁੰਦਾ ਸੀ ਜਾਂ ਕੋਈ ਹੋਰ ਕਾਲਜ ਦੀ ਫੇਅਰਵੈਲ ਪਾਰਟੀ ਹੁੰਦੀ ਸੀ, ਤਾਂ ਮੈਨੂੰ ਬੁਲਾਵਾ ਜਿਹੜਾ ਹਰੇਕ ਵਾਰ ਇਸ ਯੂਨੀਵਰਸਿਟੀ ਵੱਲੋਂ ਆਉਂਦਾ ਰਿਹਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਉਂਦਾ ਰਿਹਾ। ਮੈਨੂੰ ਨਹੀਂ ਪਤਾ ਸੀ ਕਿ ਅੱਜ ਇਸ ਕਿਸਾਨੀ ਸੰਘਰਸ਼ ਜਿਹੜਾ ਸਾਡਾ ਪਿਛਲੇ 9 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ, ਉਹਦੇ ਸੰਬੰਧ ਵਿੱਚ ਵੀ ਇਸ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਵੱਡਾ ਸਮਾਗਮ ਹੋਊਗਾ। ਤਾਂ ਇਹ ਵੀਰ ਉਸ ਸਮਾਗਮ ਲਈ ਵਧਾਈ ਦੇ ਪਾਤਰ ਨੇ, ਇੱਕ ਤਾੜੀ ਤੁਸੀਂ ਇਹਨਾਂ ਦੇ ਲਈ ਜ਼ਰੂਰ ਲਾ ਦਿਓ। ਸਾਡੇ ਬੜੇ ਹੀ ਸਤਿਕਾਰਯੋਗ ਸੀਨੀਅਰ ਆਰਟਿਸਟ ਪੰਮੀ ਬਾਈ ਜੀ, ਨਰਵੈਰ ਪੰਨੂ, ਸਾਰੇ ਅੱਜ ਕੱਲਾ ਇਹ ਮੁੱਦਾ ਨਹੀਂ ਹੈਗਾ ਕਿ ਕੱਲੀਆਂ ਕਿਸਾਨ ਯੂਨੀਅਨ ਇਸ ਸੰਘਰਸ਼ ਦੇ ਵਿੱਚ ਡਟੀਆਂ ਹੋਈਆਂ ਨੇ। ਅੱਜ ਪੂਰਾ ਪੰਜਾਬ ਇਕਜੁੱਟ ਹੋ ਕੇ ਇਸ ਸੰਘਰਸ਼ ਦੇ ਵਿੱਚ ਡਟਿਆ ਹੋਇਆ, ਤਾਂ ਇਹ ਇੱਕ ਸਾਡੀ ਵੱਡੀ ਜਿੱਤ ਹੈ। ਪਹਿਲਾਂ ਆਪਾਂ 2 ਨਾਅਰੇ ਸਾਡੇ ਉਹਨਾਂ ਕਿਸਾਨ ਭਰਾਵਾਂ ਭੈਣਾਂ ਦੇ ਲਈ ਲਾਵਾਂਗੇ ਜਿਹੜੇ ਇਸ ਕਿਸਾਨੀ ਸੰਘਰਸ਼ ਦੇ ਵਿੱਚ ਸਾਨੂੰ ਅਲਵਿਦਾ ਕਹਿ ਗਏ, ਸਾਨੂੰ ਸ਼ਹਾਦਤ, ਉਹ ਇਸ ਸੰਘਰਸ਼ ਦੇ ਵਿੱਚ ਸ਼ਹਾਦਤ ਪਾ ਗਏ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਮੋਦੀ ਸਰਕਾਰ, ਮੋਦੀ ਸਰਕਾਰ। ਹੁਣ ਥੋੜਾ ਜਿਹਾ ਪਿੱਛੇ ਚੱਲੀਏ, ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ, ਕਿਉਂਕਿ ਹੁਣ ਵੀ ਜਦੋਂ ਮੈਂ ਆਇਆ ਇੱਥੇ ਮੀਡੀਆ ਦਾ ਇੱਕ ਵੀਰ ਮੈਨੂੰ ਮੇਰੇ ਮੂਹਰੇ ਉਹਨੇ ਮੈਕ ਕੀਤਾ, ਤੇ ਵੈਸੇ ਪੰਨੂ ਸਾਹਿਬ ਬੈਠੇ ਨੇ, ਮੈਂ ਇਹਨਾਂ ਦਾ ਚੈਨਲ ਦੇਖਦਾ ਹੁੰਦਾ, ਬਹੁਤ ਨਿਰਪੱਖ ਗੱਲ ਕਰਦੇ ਆ, ਸਮਾਜ ਦੀ ਗੱਲ ਕਰਦੇ ਆ, ਸਮਾਜ ਤੇ ਸਵਾਲ ਚੱਕਦੇ ਆ, ਜਿਹੜਾ ਇੱਕ ਪੱਤਰਕਾਰ ਦਾ ਕੰਮ ਹੁੰਦਾ। ਤਾਂ ਅੱਜ ਦੀ ਮੈਂ ਕਿਸੇ ਚੈਨਲ ਨੂੰ ਜਾਂ ਕਿਸੇ ਪੱਤਰਕਾਰ ਨੂੰ ਮਾੜਾ ਨਹੀਂ ਕਹਿ ਰਿਹਾ, ਪਰ ਉਸ ਵੀਰ ਦਾ ਪਹਿਲਾ ਸਵਾਲ ਇਹ ਸੀਗਾ ਕਿ ਬਾਈ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ, ਹੋਰ ਬਾਕੀ ਕਲਾਕਾਰ ਕਿਉਂ ਨਹੀਂ ਪਹੁੰਚ ਰਹੇ, ਅੱਜ ਕਿਸਾਨੀ ਸੰਘਰਸ਼ ਇੰਨਾ ਠੰਡਾ ਕਿਉਂ ਪੈ ਗਿਆ? ਤਾਂ ਪਹਿਲਾ ਹੀ ਸਵਾਲ ਜਿਹੜਾ ਉਹ ਨਾ ਪੱਖੀ ਢਹਿੰਦੀ ਕਲਾ ਵੱਲ ਨੂੰ ਗਿਆ। ਤਾਂ ਮੈਂ ਉਹਨੂੰ ਕਿਹਾ ਕਿ ਦੇਖੋ ਮੈਂ ਇੱਥੇ ਪਹੁੰਚਿਆ, ਸਾਡੇ ਆਗੂ ਪਹੁੰਚੇ ਨੇ, ਨਰਵੈਰ ਪਹੁੰਚਿਆ, ਪੰਮੀ ਬਾਈ ਜੀ ਪਹੁੰਚੇ ਨੇ, ਹੋਰ ਵੀ ਬੜਿਆਂ ਮੰਚਾਂ ਤੇ ਅਸੀਂ ਪਰਸੋਂ ਚੌਥੇ ਇੱਕ ਪ੍ਰੋਗਰਾਮ ਕਰਕੇ ਆਏ ਹਾਂ। ਸਾਰਾ ਪੰਜਾਬ ਇਕਜੁੱਟ ਹੈ,
ਜਦੋਂ ਇਹ ਤਾਂ ਸੰਘਰਸ਼ ਸਾਡਾ 9 ਮਹੀਨੇ ਲੰਬਾ ਹੋ ਗਿਆ। ਜਦੋਂ ਆਪਾਂ ਇੱਕ ਘਰ ਦੇ ਵਿੱਚ ਵਿਆਹ ਵੀ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਆਪਾਂ ਡਿਊਟੀਆਂ ਵੰਡ ਲੈਂਦੇ ਹਾਂ ਕਿ ਆ ਫਲਾਣਾ ਕੰਮ ਭੂਆ ਕਰੂਗੀ, ਫਲਾਣਾ ਕੰਮ ਮਾਮਾ ਕਰੂਗਾ, ਤੇ ਆ ਟੈਂਟਾਂ ਵਾਲੇ ਨੂੰ ਸਾਡਾ ਚਾਚਾ ਕਹਿ ਕੇ ਆਊਗਾ। ਤਾਂ ਇਹ ਤਾਂ ਇੱਕ ਸਾਡਾ ਉਹ ਸੰਘਰਸ਼ ਹੈ ਐਸੀ ਸਟੇਟ ਨਾਲ, ਐਸੀ ਪਾਵਰ ਨਾਲ ਜਿਹਦੇ ਕੋਲ ਇੰਨੀ ਜ਼ਿਆਦਾ ਤਾਕਤ ਹੈ। ਉਹ ਟਾਈਮ ਤੇ ਉਸ ਤਾਕਤ ਦਾ ਸਾਡੇ ਤੇ ਕਿਵੇਂ ਇਸਤੇਮਾਲ ਕਰਦੀ ਹੈ। ਉਸ ਤਾਕਤ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਆਉਂਦਾ ਹੈ ਉਹ ਪ੍ਰਸ਼ਾਸਨ ਦਾ ਆਉਂਦਾ ਹੈ ਕਿ ਪ੍ਰਸ਼ਾਸਨ ਦਾ ਕੰਮ ਹੈ ਇੱਕ ਸਮਾਜ ਨੂੰ ਇੱਕ ਚੰਗੀ ਢੰਗ ਤਰੀਕੇ ਦੀ ਜ਼ਿੰਦਗੀ ਦੇਣਾ, ਕਿਤੇ ਕੋਈ ਵਧੀਕੀ ਨਾ ਹੋਵੇ, ਵੱਧ ਘੱਟ ਨਾ ਹੋਵੇ, ਧਿਆਨ ਰੱਖਣਾ, ਖਿਆਲ ਰੱਖਣਾ। ਅੱਜ ਕੱਲ੍ਹ ਦਾ ਪ੍ਰਸ਼ਾਸਨ ਕੀ ਕਰ ਰਿਹਾ? ਤੁਸੀਂ ਪਿਛਲੇ ਦਿਨਾਂ 'ਚ ਇੱਕ ਵੀਡੀਓ ਦੇਖੀ ਹੋਣੀ ਜਿਹਦੇ ਵਿੱਚ ਕਰਨਾਲ ਦਾ SDM ਕਹਿ ਰਿਹਾ ਕਿ ਡੰਡਾ ਐਸੀ ਥਾਂ ਤੇ ਮਾਰਨਾ ਕਿ ਸਿਰ ਹੈ ਜਿਹੜਾ ਉਹ ਪਾੜ ਜਾਵੇ, ਲੱਤ ਤੇ ਡੰਡਾ ਨਹੀਂ ਮਾਰਨਾ। SHO ਜਿਹਦੇ ਸਿਰ ਤੇ ਪੱਗ ਬੰਨੀ ਹੋਈ ਸੀ, ਅੱਜ ਉਹਦਾ ਮੈਂ ਇੰਟਰਵਿਊ ਕਿਸੇ ਚੈਨਲ ਤੇ ਸੁਣ ਰਿਹਾ ਸੀ, ਉਹਨੇ ਕਿਹਾ ਕਿ ਤੁਸੀਂ ਮੇਰੀ ਇਕੱਲੇ ਦੀ ਗੱਲ ਕਿਉਂ ਕਰਦੇ ਹੋ, ਉੱਥੇ ਹੋਰ ਵੀ ਬੜੀਆਂ ਬਰਾਦਰੀਆਂ ਦੇ ਲੋਕ ਸੀ, ਉਹਨਾਂ ਨੇ ਵੀ ਲਾਠੀ ਚਾਰਜ ਕੀਤਾ। ਦੇਖੋ ਉਸ ਬੰਦੇ ਦੀ ਭਾਵਨਾ ਦੇਖੋ, ਸੋਚ ਕੀ ਸੀ ਕਿ ਸਾਨੂੰ ਧਰਮਾਂ ਦੇ ਨਾਂ ਤੇ ਪਾੜ ਦਈਏ। ਅੱਜ ਅਸੀਂ ਉਸ ਤਸ਼ੱਦਦ ਬਾਰੇ ਗੱਲ ਨਾ ਕਰੀਏ ਜਿਹੜਾ ਗੌਰਮੈਂਟ ਵੱਲੋਂ, ਸਰਕਾਰ ਵੱਲੋਂ ਕਿਸਾਨਾਂ ਤੇ ਕੀਤਾ ਗਿਆ, ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਤੇ ਕੀਤਾ ਗਿਆ। ਤਾਂ ਉਹ ਜਦੋਂ ਪੱਖ ਮੀਡੀਆ ਦੇ ਸਾਹਮਣੇ ਆਇਆ ਵੀ ਉਹਨੇ ਇਹ ਨਹੀਂ ਕਿਹਾ ਕਿ ਮੈਂ ਮਾਫੀ ਮੰਗਦਾ, ਮੇਰੇ ਤੋਂ ਗਲਤੀ ਹੋ ਗਈ ਇਸ ਚੀਜ਼ ਦੀ। ਕਹਿੰਦਾ ਜੀ ਤੁਸੀਂ ਮੇਰੀ ਗੱਲ ਕਿਉਂ ਕਰ ਰਹੇ ਹੋ, ਜਿਹੜੀਆਂ ਬਾਕੀ ਬਰਾਦਰੀਆਂ ਦੇ ਉੱਥੇ ਲੋਕ ਵੀ ਆਏ ਹੋਏ ਸੀ, ਤੁਸੀਂ ਉਹਨਾਂ ਤੇ ਸਵਾਲ ਨਹੀਂ ਚੁੱਕ ਰਹੇ, ਤੁਸੀਂ ਮੈਨੂੰ ਇਕੱਲੇ ਨੂੰ ਟਾਰਗੇਟ ਕਰ ਰਹੇ ਹੋ। ਸਾਨੂੰ ਉਹਦੇ ਤੇ ਗੁੱਸਾ ਤਾਂ ਆਉਂਦਾ ਕਿਉਂਕਿ ਉਹ ਸਾਡਾ ਆਪਣਾ ਸੀ, ਉਹਦੇ ਸਿਰ ਤੇ ਪੱਗ ਬੰਨੀ ਹੋਈ ਸੀ। ਗੱਲ ਇਹ ਨਹੀਂ ਕਿ ਸਿਰ ਤੇ ਪੱਗ ਬੰਨੀ ਹੋਈ ਸੀ, ਅਸੀਂ ਸਾਰੇ ਇੱਕ ਹਾਂ। ਅੱਜ ਸਭ ਤੋਂ ਵੱਡੀ ਇਸ ਅੰਦੋਲਨ ਦੀ ਜਿੱਤ ਇਹ ਹੈ ਕਿ ਸਾਡੇ 'ਚ ਆਪਸੀ ਭਾਈਚਾਰਕ ਸਾਂਝ ਹੈ ਜਿਹੜੀ ਉਹ ਬਹੁਤ ਵੱਡੇ ਪੱਧਰ ਤੇ ਆਈ ਹੈ। ਪਰ ਫਿਰ ਵੀ ਉਹ ਇੱਕ ਆਪਦੇ ਜਿਹੜੇ ਉੱਤੇ ਉਹਨਾਂ ਦੇ ਅਫਸਰ ਬੈਠੇ ਆ, ਉਹਨਾਂ ਨੂੰ ਖੁਸ਼ ਕਰਨ ਦੇ ਲਈ, ਆਪਦੀ ਇੱਕ ਚੌਧਰ ਕ੍ਰੀਏਟ ਕਰਨ ਦੇ ਲਈ ਕਿ ਮੈਂ ਬਹੁਤ ਵੱਡਾ ਅਫਸਰ ਹਾਂ ਤੇ ਮੈਂ ਕਿਸਾਨਾਂ ਤੇ ਲਾਠੀ ਚਾਰਜ ਕਰਕੇ ਆਪਦੇ ਜਿਹੜੇ ਮੇਰੇ ਉੱਤੇ ਅਫਸਰ ਨੇ ਮੈਂ ਉਹਨਾਂ ਨੂੰ ਖੁਸ਼ ਕਰ ਲੂੰਗਾ, ਸਿਰਫ ਇੱਕ ਦਿਖਾਵੇ ਦੇ ਲਈ। ਇੱਕ ਉਸ ਕੌਮ ਦੇ, ਇੱਕ ਉਸ ਮੈਂ ਕਹਿੰਦਾ ਕਿ ਜਿਹਨੂੰ ਰੱਬ ਦਾ ਰੁਤਬਾ ਕਿਸਾਨ ਨੂੰ ਦਿੱਤਾ ਜਾਂਦਾ, ਤਸ਼ੱਦਦ ਕੀਤਾ, ਜਿਹੜਾ ਕਿ ਮਤਲਬ ਬੜੀ ਹੀ ਇੱਕ ਹਰ ਇੱਕ ਬੰਦੇ ਨੇ ਉਹਦੀ ਨਿੰਦਾ ਕੀਤੀ। ਤੁਸੀਂ ਸਾਰੇ ਜਣਿਆਂ ਨੇ ਬਖੂਬੀ ਉਹ ਵੀਡੀਓ ਦੇਖੀ, ਵਾਇਰਲ ਹੋਈ। ਮੈਂ ਜਦੋਂ ਇਸ ਸੰਘਰਸ਼ ਦੇ ਵਿੱਚ ਆਇਆ, ਮੈਨੂੰ ਬਹੁਤ ਵਾਰੀ ਪੱਤਰਕਾਰ ਪੁੱਛਦੇ ਨੇ ਕਿ ਬਾਈ ਜੀ ਤੁਹਾਡਾ ਤਾਂ ਇਹ ਪ੍ਰੋਫੈਸ਼ਨ ਹੀ ਨਹੀਂ ਸੀ। ਤੇ ਮੈਂ ਇੱਥੇ ਇਹ ਵੀ ਸੱਚ ਕਹਿਣਾ ਕਿ ਮੇਰਾ ਵਾਕਈ ਕੋਈ ਲੈਣਾ ਦੇਣਾ ਨਹੀਂ ਸੀ, ਨਾ ਅੱਜ ਤੋਂ ਪਹਿਲਾਂ ਜਿੰਨੇ ਸੰਘਰਸ਼ ਹੋਏ ਨੇ, ਕੁਝ ਵੀ ਹੋਇਆ, ਆਮ ਲੋਕਾਂ ਦੇ ਵਾਂਗੂ ਜਿਵੇਂ ਪੋਸਟਾਂ ਪਾ ਕੇ ਕਈ ਵਾਰੀ ਪਾਸੇ ਹੋ ਜਾਂਦੇ ਆ, ਪਰ ਉਹਨਾਂ ਪੋਸਟਾਂ ਦੇ ਵਿੱਚ ਵੀ ਇੱਕ ਸਪੋਰਟ ਹੁੰਦੀ ਹੈ। ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਮੇਰੇ ਖਿਆਲ 'ਚ ਪਿੱਪਲੀ ਦੇ ਵਿੱਚ ਇੱਕ ਲਾਠੀ ਚਾਰਜ ਹੋਇਆ। ਜਦੋਂ ਤੁਸੀਂ ਹੁਣ ਪਿਛਲੇ ਦਿਨਾਂ 'ਚ ਇੱਕ ਵੀਡੀਓ ਦੇਖੀ, ਇੱਕ ਫੋਟੋ ਦੇਖੀ, ਕਰਨਾਲ ਦੇ ਵਿੱਚ ਜਿਹੜਾ ਲਾਠੀ ਚਾਰਜ ਹੋਇਆ, ਜਸਬੀਰ ਨੂੰ ਲਹੂ ਲਹਾਨ ਕਰ ਦਿੱਤਾ ਗਿਆ ਸੀ। ਐਦਾਂ ਹੀ ਉੱਥੇ ਇੱਕ ਬਜ਼ੁਰਗ ਦੀ ਵੀਡੀਓ ਵਾਇਰਲ ਹੋਈ ਜਿਹਦੇ ਸਿਰ ਦੇ ਵਿੱਚ ਇੱਕ ਡੰਡਾ ਵੱਜਿਆ ਤੇ ਉਹ ਖੂਨ ਨਾਲ ਪੂਰਾ ਲੱਥਪੱਥ ਸੀ। ਮੈਂ ਤੇ ਮੇਰੇ ਦੋਸਤ ਅਸੀਂ ਘਰੇ ਬੈਠੇ ਸੀ। ਉਦੋਂ ਇਹ ਜਿਹੜਾ ਸੰਘਰਸ਼ ਹੈ ਬਿਲਕੁਲ ਸ਼ੁਰੂਆਤ ਹੀ ਹੋਈ ਸੀ ਉਹਦੀ, ਜਥੇਬੰਦੀਆਂ ਨੇ ਧਰਨੇ ਲਾਉਣੇ ਸ਼ੁਰੂ ਕੀਤੇ ਸੀ। ਤਾਂ ਉਹ ਫੋਟੋ ਦੇਖ ਕੇ ਮੈਨੂੰ ਲੱਗਿਆ ਕਿ ਨਹੀਂ ਯਾਰ, ਸਾਨੂੰ ਜਾਣਾ ਚਾਹੀਦਾ ਹੈ। ਬੇਸ਼ੱਕ ਮੇਰੇ ਕਈ ਦੋਸਤ ਵਿੱਚ ਮੇਰੇ ਇਦਾਂ ਦੇ ਵੀ ਸੀ ਜਿਹੜੇ ਕਹਿੰਦੇ ਸੀ ਵੀ ਹਲੇ ਆਪਾਂ ਦੇਖੀਏ ਕੀ ਬਣਦਾ ਕੀ ਨਹੀਂ ਬਣਦਾ। ਮੈਂ ਕਿਹਾ ਨਹੀਂ, ਸਾਡਾ ਇਹ ਫਰਜ਼ ਬਣਦਾ। ਜੇ ਸਾਡੇ ਬਜ਼ੁਰਗ ਸਾਡੇ ਕਰਕੇ ਡਾਂਗਾਂ ਖਾ ਸਕਦੇ ਆ ਤਾਂ ਅਸੀਂ ਤਾਂ ਨੌਜਵਾਨ ਆ, ਅਸੀਂ ਤਾਂ ਆਉਣ ਵਾਲੀਆਂ ਜ਼ਮੀਨਾਂ ਦੇ ਮਾਲਕ ਆ। ਇਹਨਾਂ ਨੇ ਤਾਂ ਆਪਣੀ ਉਮਰ ਹੰਢਾ ਲਈ, ਕਿਉਂਕਿ ਇਹ ਜਿਹੜੀਆਂ ਜ਼ਮੀਨਾਂ ਦੀ ਲੜਾਈ ਆ ਇਹ ਨਾ ਬਜ਼ੁਰਗਾਂ ਦੀ ਨਹੀਂ, ਜਿਵੇਂ ਪੰਨੂ ਸਾਹਿਬ ਨੇ ਕਿਹਾ, ਇਹ ਸਾਡੀ ਹੈ। ਹਰ ਇੱਕ ਬੰਦੇ ਕੋਲੇ 20 ਲੱਖ 25 ਲੱਖ ਨਹੀਂ ਹੈਗਾ ਕਿ ਉਹ ਲਾ ਕੇ ਕੈਨੇਡਾ ਚਲੇ ਜਾਵੇ। ਫਿਰ ਦੂਜੀ ਵੱਡੀ ਗੱਲ ਇਹ ਹੈ ਕਿ ਇਹਨਾਂ ਜ਼ਮੀਨਾਂ ਦੇ ਨਾਲ, ਪੰਜਾਬ ਦੇ ਨਾਲ ਸਾਡਾ ਇੱਕ ਬਹੁਤ ਵੱਡਾ ਇਤਿਹਾਸ, ਬਹੁਤ ਵੱਡਾ ਇੱਕ ਵਿਰਸਾ ਜੁੜਿਆ ਹੋਇਆ। ਅੱਜ ਤਾਂ ਅਸੀਂ ਬੇਸ਼ੱਕ ਚਾਹੇ ਬਹੁਤ ਮਾਡਰਨ ਹੋ ਗਏ ਆ, ਸਾਡਾ ਰਹਿਣਾ ਸਹਿਣਾ ਢੰਗ ਤਰੀਕਾ ਬਦਲ ਗਿਆ। ਜਿੱਦਾਂ ਬਾਈ ਜੀ ਉਹਨਾਂ ਨੇ ਕਿਹਾ ਕਿ ਸਾਡੇ ਡਰਾਇੰਗ ਰੂਮਾਂ ਦੇ ਵਿੱਚ ਬਹੁਤ ਅੰਗਰੇਜ਼ ਰਾਜਿਆਂ ਮਹਾਰਾਜਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ, ਪਰ ਪਹਿਲਾਂ ਜਿਹੜਾ ਸਾਡਾ ਰਹਿਣ ਸਹਿਣ ਸੀ, ਜਿਵੇਂ ਸਾਡੇ ਬੜੇ ਸਤਿਕਾਰਯੋਗ ਬਜ਼ੁਰਗ ਸਾਡੇ ਮੂਹਰੇ ਬੈਠੇ ਆ, ਹੁਣ ਜਦੋਂ ਬਾਹਲਾ ਲੰਮਾ ਸਮਾਂ ਹੋ ਗਿਆ ਬੈਠਿਆਂ ਨੂੰ ਤਾਂ ਕੀ ਕੀਤਾ, ਚੱਪਲ ਖੋਲ ਕੇ ਦੋ ਹੀ ਪੈਰ ਸੋਫੇ ਦੇ ਉੱਤੇ ਕੰਫਰਟੇਬਲ ਹੋ ਕੇ ਬਹਿ ਗਏ। ਇਹ ਇੱਕ ਸਾਡਾ ਭੋਲਾਪਣ ਹੈ। ਪਹਿਲਾਂ ਇਹੀ ਹੁੰਦਾ ਸੀ ਕਿ ਜੋ ਸਾਡਾ ਰਹਿਣ ਸਹਿਣ ਢੰਗ ਤਰੀਕਾ, ਪਿੰਡਾਂ ਦੇ ਵਿੱਚ ਲਾਈਟ ਚਲੇ ਜਾਣੀ ਤਾਂ ਅਸੀਂ ਮੋਟਰਾਂ ਦੇ ਉੱਤੇ ਚਲੇ ਜਾਣਾ, ਜਿੱਥੇ ਜਾਮਣਾ ਅਮਰੂਦ ਬਹੁਤ ਕੁਝ ਲੱਗਿਆ ਹੁੰਦਾ ਸੀ, ਖੇਤੀ ਵੀ ਕਰਨੀ। ਮੇਰਾ ਪਿੰਡ ਨੇੜੇ ਚੰਡੀਗੜ੍ਹ ਦੇ ਆ, ਸਾਡੇ ਜ਼ਮੀਨਾਂ ਘੱਟ ਹੁੰਦੀਆਂ ਸੀ ਤਾਂ ਖੇਤੀ ਬਲਦਾਂ ਦੇ ਨਾਲ ਕੀਤੀ ਜਾਂਦੀ ਸੀ। ਤਾਂ ਅਸੀਂ ਉਹਨਾਂ ਬਜ਼ੁਰਗਾਂ ਨੂੰ ਦੇਖਿਆ, ਉਹਨਾਂ ਮੋਟਰਾਂ ਤੇ ਨਹਾ ਕੇ, ਉਹ ਇੱਕ ਪੂਰਾ ਪ੍ਰੋਸੀਜਰ ਬਣਿਆ ਹੋਇਆ, ਇੱਕ ਸਿਸਟਮ ਬਣਿਆ ਹੋਇਆ ਜਿਹੜਾ ਮੈਨੂੰ ਲੱਗਦਾ ਕਿ ਸਾਡੇ ਹਰ ਇੱਕ ਪੰਜਾਬੀ ਦੇ, ਹਰ ਇੱਕ ਕਿਸਾਨ ਦੇ ਖੂਨ ਦੇ ਵਿੱਚ ਵੜਿਆ ਹੋਇਆ, ਜਿਹੜਾ ਨਿਕਲ ਨਹੀਂ ਸਕਦਾ।
ਸੋ ਇਹ ਲੜਾਈ ਸਾਡੀ ਤਾਂ ਵੀ ਮਹੱਤਵਪੂਰਨ ਹੋ ਜਾਂਦੀ ਹੈ, ਕਿਉਂਕਿ ਇੱਕ ਜਿਵੇਂ ਅੱਜ ਸਾਨੂੰ ਪਤਾ ਲੱਗੇ ਕਿ ਅੱਜ ਇਹ ਪਿੰਡ ਹੈ ਤੇ ਇੱਥੇ ਇਹਦੇ ਖੇਤ ਨੇ, ਕੱਲ੍ਹ ਨੂੰ ਪਤਾ ਲੱਗੇ ਕਿ ਇੱਥੇ ਕਾਰਪੋਰੇਟ ਘਰਾਣੇ ਆ ਗਏ, ਜਿੱਦਾਂ ਬਾਈ ਜੀ ਉਹਨਾਂ ਨੇ ਦੱਸਿਆ ਕਿ ਮੋਗੇ ਦੇ ਵਿੱਚ ਬਹੁਤ ਵੱਡਾ ਸੈਲੋ ਬਣ ਗਿਆ। ਅਸੀਂ ਇਹ ਕਦੇ ਵੀ ਜਰ ਨਹੀਂ ਸਕਦੇ, ਸਾਤੋਂ ਇਹ ਜਰਿਆ ਨਹੀਂ ਜਾਊਗਾ। ਜੇ ਗੌਰਮੈਂਟ, ਵੈਸੇ ਤਾਂ ਚਲੋ ਜਿਵੇਂ ਦਰਸ਼ਨਪਾਲ ਜੀ ਨੇ ਕਿਹਾ ਕਿ ਇਹ ਕਾਨੂੰਨ ਲਾਗੂ ਨਹੀਂ ਹੋਣੇ, ਪਰ ਫਿਰ ਵੀ ਜੇ ਗੌਰਮੈਂਟ ਧੱਕਾ ਕਰੂਗੀ ਕਿ ਕੋਈ ਐਮਰਜੈਂਸੀ ਲਾ ਕੇ ਜਾਂ ਕੁਛ ਇੱਦਾਂ ਦਾ ਸਿਸਟਮ ਲਾ ਕੇ, ਕਿਉਂਕਿ ਜਿੱਦਾਂ ਕਿੱਲਾ ਉਹਨਾਂ ਦੀ ਗਰਦਨ 'ਚ ਫਸਿਆ ਸੈਂਟਰ ਦੀ ਸਰਕਾਰ 'ਚ, ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਐਸੀ ਕੋਈ ਸਰਕਾਰ ਆਈ ਹੋਊਗੀ, ਤਾਂ ਇਹ ਜਿਹੜਾ ਪੰਜਾਬ ਹੈ ਇਹ ਦੁਬਾਰੇ ਤਖਤੇ ਪਲਟ ਵੱਲ ਨੂੰ ਵਧੂਗਾ ਤੇ ਇਹ ਪਹਿਲ ਕਰੂਗਾ। ਇੱਥੇ ਮਾਰ ਕਾਟ ਹੋਊਗੀ, ਕਿਉਂਕਿ ਅਸੀਂ ਕਦੇ ਵੀ ਜਰ ਨਹੀਂ ਸਕਦੇ ਕਿ ਕੋਈ ਬਗਾਨਾ ਬੰਦਾ ਆ ਕੇ, ਮਤਲਬ ਕਾਰਪੋਰੇਟ ਘਰਾਣੇ ਤਾਂ ਬਹੁਤ ਦੂਰ ਦੀ ਗੱਲ ਹੈ। ਜਦੋਂ ਸਾਡੇ ਚਾਚੇ ਤਾਇਆਂ 'ਚ ਸ਼ਰੀਕਾ ਹੋ ਜਾਂਦਾ ਕਿ ਜਦੋਂ ਅਸੀਂ ਕਹਿ ਦਈਏ ਵੀ ਤੂੰ ਮੇਰੀ ਵੱਟ ਵੀ ਥੋੜ੍ਹੀ ਜਿਹੀ ਤਵੀਆਂ ਨਾਲ ਬਾਹ ਲਈ, ਸਾਡੇ ਉਹਦੇ ਪਿੱਛੇ ਵੀ ਲੜਾਈਆਂ ਹੋ ਜਾਂਦੀਆਂ ਨੇ। ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਜਾਂ ਕਿਸਾਨ ਇਹ ਜਰੂਗਾ ਕਿ ਕੋਈ ਬਾਹਰਲੀ ਤਾਕਤ ਆ ਕੇ ਸਾਡਿਆਂ ਖੇਤਾਂ ਦੇ ਵਿੱਚ ਕਬਜ਼ਾ ਕਰੇ। ਦੂਜੀ ਗੱਲ ਇਹ ਹੈ ਕਿ ਕਈ ਵੀਰ ਹੁਣ ਕਹਿ ਦਿੰਦੇ ਆ ਕਿ ਸੰਘਰਸ਼ ਆ ਜਿਹੜਾ ਬਹੁਤ ਲੰਬਾ ਪੈ ਗਿਆ, ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਸੰਘਰਸ਼ ਲੰਬਾ ਅਸੀਂ ਨਹੀਂ ਪਾਇਆ, ਸੰਘਰਸ਼ ਲੰਬਾ ਗੌਰਮੈਂਟ ਨੇ ਪਾਇਆ। ਬੜੇ ਸੂਝਵਾਨ ਆਗੂ ਨੇ, ਬਹੁਤ ਨੌਲੇਜ ਹੈ। ਅਸੀਂ ਬਚਪਨ ਦੇ ਵਿੱਚ, ਮੈਂ ਬਹੁਤ ਛੋਟਾ ਹੁੰਦਾ ਸੀ ਤਾਂ ਜਦੋਂ ਪਿੰਡਾਂ 'ਚੋਂ ਇਹ ਬਜ਼ੁਰਗ ਜਾਂਦੇ ਹੁੰਦੇ ਸੀ ਧਰਨਿਆਂ 'ਤੇ, ਤਾਂ ਅਕਸਰ ਜਿਹੜੇ ਜਦੋਂ ਅਸੀਂ ਪੁੱਛਣਾ ਕਿ ਬਾਪੂ ਨਹੀਂ ਕਿੱਥੇ ਚੱਲੇ ਨੇ, ਤਾਂ ਬੇਬੇ ਨੇ ਹੱਸ ਕੇ ਕਹਿ ਦੇਣਾ ਵੀ ਅੱਜ ਵਿਚਾਰੇ ਫਿਰ ਡਾਂਗਾਂ ਖਾਣ ਚੱਲੇ ਨੇ। ਉਦੋਂ ਇਹ ਚੀਜ਼ ਸਾਨੂੰ ਸਮਝ ਨਹੀਂ ਲੱਗਦੀ ਸੀ ਵੀ ਇਹ ਕਿਉਂ ਡਾਂਗਾਂ ਖਾਣ ਚੱਲੇ ਨੇ, ਕਿਉਂਕਿ ਉਹ ਉਮਰ ਉਹੀ ਜੀ ਸੀ। ਤਾਂ ਅੱਜ ਪਤਾ ਲੱਗਦਾ ਕਿ ਇਹ ਬਜ਼ੁਰਗ ਉਹ ਹੀਰੇ ਨੇ ਜੇ ਉਦੋਂ ਤੋਂ ਲੈ ਕੇ ਅੱਜ ਕਈ ਲੋਕ ਕਹਿ ਦਿੰਦੇ ਨੇ ਇਹ ਬੁੜੇ ਹੋ ਗਏ ਜੀ, ਇਹਨਾਂ 'ਚ ਹੁਣ ਉਨੀ ਸੋਚਣ ਸ਼ਕਤੀ ਦੀ ਤਾਕਤ ਨਹੀਂ ਰਹੀ। ਅੱਜ ਇਹ ਪਤਾ ਲੱਗਦਾ ਕਿ ਜੇ ਇਹ ਬੁੜੇ ਸਾਡੇ ਕੋਲ ਨਾ ਹੁੰਦੇ ਤਾਂ ਅਸੀਂ ਅੱਜ ਦਿੱਲੀ ਦੀਆਂ ਸਰਹੱਦਾਂ ਦੀਆਂ ਚਾਰੇ ਪਾਸਿਓਂ ਦੱਬੀ ਨਾ ਬੈਠੇ ਹੁੰਦੇ। ਕਿਸੇ ਤੇ ਸਵਾਲ ਚੱਕਣਾ ਬਹੁਤ ਸੌਖਾ ਹੁੰਦਾ ਹੈ ਕਿ ਤੁਸੀਂ ਕਹਿ ਦਿਓ ਵੀ ਇਹਨਾਂ ਤੋਂ ਕੀ ਹੋਊਗਾ। ਇਹ ਮੋਰਚਾ ਅੱਜ ਇੰਨੀ ਚੜ੍ਹਦੀ ਕਲਾ 'ਚ ਤਾਂ ਚੱਲ ਰਿਹਾ ਕਿਉਂਕਿ ਇਹ ਇੱਕ ਸਿਸਟਮ ਦੇ ਹਿਸਾਬ ਨਾਲ ਚੱਲ ਰਿਹਾ। ਹੁਣ ਜਦੋਂ ਅਸੀਂ ਇਸ ਸੰਘਰਸ਼ ਦੇ ਵਿੱਚ ਨਿਕਲੇ, ਇੱਕ ਕਲਾਕਾਰ ਸੀ, ਤੁਸੀਂ ਬਹੁਤ ਮਾਣ ਸਤਿਕਾਰ ਦਿੰਦੇ ਹੋ, ਪਿਆਰ ਦਿੰਦੇ ਹੋ। ਦੂਜਾ ਕਿਸਾਨੀ ਨਾਲ ਅੱਜ ਅਸੀਂ ਨਹੀਂ, ਸਾਰਾ ਪੰਜਾਬ ਹੀ ਜੁੜ ਗਿਆ, ਸਾਰਾ ਭਾਰਤ ਹੀ ਜੁੜ ਗਿਆ। ਤਾਂ ਬਹੁਤ ਲੋਕ ਚਾਰੇ ਪਾਸਿਓਂ ਆ ਕੇ, ਕਈ ਵਾਰੀ ਸਾਨੂੰ ਵੀ ਇਹ ਫੀਲ ਆਉਣ ਲੱਗ ਗਿਆ ਕਿ ਬਸ ਹੁਣ ਤਾਂ ਜਿਹੜੀ ਲੀਡਰੀ ਹੈ ਉਹ 2 ਮਿੰਟ ਦਾ ਕੰਮ ਹੈ, ਬਸ ਲੀਡਰ ਹੈ ਹੁਣ। ਚਾਰੇ ਪਾਸਿਓਂ ਜਦੋਂ ਜ਼ਿਆਦੇ ਬਾਈ ਜੀ ਹੋਣ ਲੱਗੇ, ਪਰ ਅਸੀਂ ਅੱਜ ਤੱਕ ਇਸ ਮੋਰਚੇ 'ਚ ਤਾਂ ਨਹੀਂ ਅਨਬੈਲੈਂਸ ਹੋਏ ਕਿਉਂਕਿ ਅਸੀਂ ਇੱਕ ਸਿਸਟਮ ਦੇ ਨਾਲ ਚੱਲਦੇ ਹਾਂ। ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਜਦੋਂ ਅਸੀਂ ਦਿੱਲੀ ਨੂੰ ਵੀ ਜਾਣਾ ਸੀ, ਸਾਡੀਆਂ ਕਿਸਾਨ ਭਵਨ ਚੰਡੀਗੜ੍ਹ ਮੀਟਿੰਗਾਂ ਹੁੰਦੀਆਂ ਸੀ, ਜਦੋਂ 32 ਜਥੇਬੰਦੀਆਂ ਸੀ ਪੰਜਾਬ ਦੀਆਂ, ਇਹਨਾਂ 3 ਕਾਲੇ ਕਾਨੂੰਨਾਂ ਤੇ ਉਹ ਇੱਕ ਹੋ ਗਈਆਂ। ਤੇ ਸਭ ਤੋਂ ਪਹਿਲਾਂ ਜਿਹੜਾ ਸਮਰਥਨ ਸੀ ਸਾਡੀ ਇੰਡਸਟਰੀ ਨੇ ਇਹਨਾਂ ਨੂੰ ਦਿੱਤਾ ਹੈ ਕਿ ਜਿੱਥੋਂ ਤੱਕ ਵੀ ਇਹ ਸੰਘਰਸ਼ ਜਾਊਗਾ ਅਸੀਂ ਤੁਹਾਡੇ ਨਾਲ ਚੱਲਾਂਗੇ, ਤੁਸੀਂ ਸਾਡੀਆਂ ਡਿਊਟੀਆਂ ਲਾ ਦਿਓ। ਅੱਜ ਵੀ ਠੀਕ ਹੈ, ਲੰਬਾ ਪੈ ਗਿਆ, 9 ਮਹੀਨੇ ਹੋ ਗਏ, ਪਰ ਜੇ 9 ਮਹੀਨੇ ਹੋ ਗਏ ਲੰਬਾ ਪੈ ਗਿਆ ਤਾਂ ਜੇ ਆਪਾਂ ਕਹਿ ਦਿੰਦੇ ਹਾਂ ਕਿ ਹੁਣ ਤਾਂ ਠੰਡਾ ਪੈ ਗਿਆ, ਪਤਾ ਨਹੀਂ ਕੀ ਬਣੂਗਾ, ਇਕੱਠ ਘਟ ਗਿਆ। ਤਾਂ ਜੇ ਇਕੱਠ ਘਟ ਗਿਆ ਤਾਂ ਗੌਰਮੈਂਟ 'ਚ ਅੱਜ ਵੀ ਇੰਨੀ ਤਾਕਤ ਨਹੀਂ ਕਿ ਉਹ ਉੱਥੋਂ ਸਾਨੂੰ ਖਦੇੜ ਕੇ ਵਾਪਸ ਪੰਜਾਬ ਨੂੰ ਭੇਜ ਦੇਣਗੇ। ਇਕੱਠ ਤਾਂ ਪਹਿਲਾਂ ਜਦੋਂ ਸ਼ੁਰੂ ਕੀਤਾ, ਧਰਨੇ ਸ਼ੁਰੂ ਕੀਤੇ ਆ ਟੋਲ ਪਲਾਜ਼ਿਆਂ ਤੋਂ, ਰੇਲਵੇ ਲਾਈਨਾਂ ਤੋਂ, ਸਾਡਾ 100 200 ਬਜ਼ੁਰਗ ਬੈਠਾ ਹੁੰਦਾ ਸੀ। ਤੇ ਅੱਜ ਸਾਡਾ ਟੋਲ ਪਲਾਜ਼ੇ ਤੇ ਇੱਕ ਬਾਬਾ ਬੈਠਾ ਹੁੰਦਾ ਝੰਡਾ ਲੈ ਕੇ, ਤੇ ਕਿਸੇ ਦੀ ਤਾਕਤ ਨਹੀਂ ਹੈਗੀ ਕਿ ਉਹਦੀ ਹਵਾ ਵੱਲ ਵੀ ਕੋਈ ਝਾਕ ਜਾਵੇ। ਇਕੱਠ ਹੋਣਾ ਨਹੀਂ ਹੋਣਾ ਇਹ ਮੈਟਰ ਨਹੀਂ ਕਰਦਾ। ਹੁਣ ਜਦੋਂ ਇੰਨਾ ਲੰਬਾ ਹੋ ਗਿਆ, ਪਿੱਛੇ ਕੰਮ ਵੀ ਨੇ, ਆਪਦਾ ਪਰਿਵਾਰ ਵੀ ਪਾਲਣਾ, ਰੁਜ਼ਗਾਰ ਵੀ ਆ। ਪਹਿਲਾਂ ਸਾਡਾ ਇਹ ਸੰਘਰਸ਼ ਹੈ, ਅਸੀਂ ਮੰਨਦੇ ਹਾਂ। ਪਿਛਲੇ ਦਿਨਾਂ 'ਚ ਅਸੀਂ ਉੱਤਰਾਖੰਡ ਯੂਪੀ ਵੱਲ ਜਾ ਕੇ ਆਏ ਹਾਂ, ਸਾਰੇ ਪਾਸੇ ਜਾ ਕੇ ਆਏ ਹਾਂ, ਹਰ ਇੱਕ ਬੰਦਾ ਚੜ੍ਹਦੀ ਕਲਾ 'ਚ ਹੈ। ਫਿਰ ਕਈ ਲੋਕ ਕਹਿ ਦਿੰਦੇ ਨੇ ਵੀ ਅਸੀਂ ਕੀ ਖੱਟਿਆ, ਇੰਨਾ ਪੈਸਾ ਲਾਤਾ, ਅੱਧੇ ਪੰਜਾਬ ਦਾ ਕਰਜ਼ਾ ਉਤਰ ਜਾਣਾ ਸੀ। ਦੇਖੋ ਉਹ ਮਾਨਸਿਕਤਾ ਦੇਖੋ, ਜਿਹੜੇ ਲੋਕ ਸਵਾਲ ਕਰਦੇ ਆ ਕਿ ਕਿਹੋ ਜਿਹੀ ਹੈ। ਜੇ ਅਸੀਂ ਖੱਟਣ ਦੀ ਗੱਲ ਕਰੀਏ ਤਾਂ ਅਸੀਂ ਇਹ ਖੱਟਿਆ ਕਿ ਇੰਗਲੈਂਡ ਦੇ ਵਿੱਚ ਇੱਕ ਮੇਰਾ ਦੋਸਤ ਹੈ, ਮੇਰੀ ਉਹਦੇ ਨਾਲ ਫੋਨ ਤੇ ਗੱਲ ਹੁੰਦੀ ਸੀ। ਉਹ ਟੈਕਸੀ ਚਲਾਉਂਦਾ ਸੀ, ਏਅਰਪੋਰਟ ਤੋਂ ਸਵਾਰੀ ਲੈ ਕੇ ਨਿਕਲਿਆ, ਉਹਦੇ 'ਚ ਗੋਰਾ ਬੈਠਾ ਸੀ ਕੋਈ। ਹੁਣ ਉਸ ਗੋਰੇ ਨੇ ਉਹਨੂੰ ਪੁੱਛਿਆ ਕਿ ਤੂੰ ਕਿੱਥੋਂ ਹੈ? ਉਹਨੇ ਕਿਹਾ ਮੈਂ ਇੰਡੀਆ ਤੋਂ ਆ, ਪੰਜਾਬ ਤੋਂ। ਉਹ ਕਹਿੰਦਾ ਜਦੋਂ ਮੈਂ ਪੰਜਾਬ ਕਿਹਾ, ਇੰਡੀਆ ਕਿਹਾ, ਤਾਂ ਪਹਿਲਾ ਸ਼ਬਦ ਜਿਹੜਾ ਉਸ ਗੋਰੇ ਦੇ ਮੂੰਹੋਂ ਨਿਕਲਿਆ ਉਹ ਇਹ ਨਿਕਲਿਆ ਕਿ ਫਾਰਮਰ ਪ੍ਰੋਟੈਸਟ। ਤਾਂ ਇਹ ਕਿੱਡੀ ਵੱਡੀ ਜਿੱਤ ਹੈ ਸਾਡੀ। ਜਿਨ੍ਹਾਂ ਲੋਕਾਂ ਨੂੰ ਕਿਸਾਨ ਸ਼ਬਦ ਦਾ ਮਤਲਬ ਨਹੀਂ ਪਤਾ ਸੀ, ਉਹ ਲੋਕ ਅੱਜ ਸਾਡੀ ਸਪੋਰਟ ਦੇ ਵਿੱਚ ਆ ਕੇ ਖੜ ਗਏ। ਤੇ ਜਿਨ੍ਹਾਂ ਨੂੰ ਅਸੀਂ ਸਮਝਦੇ ਸੀ ਕਿ ਕਿਸਾਨਾਂ ਦੇ ਪੁੱਤ ਨੇ, ਉਹ ਸਾਡੇ ਦੁਸ਼ਮਣਾਂ ਦੇ ਨਾਲ ਜਾ ਕੇ ਖੜ ਗਏ। ਸਭ ਤੋਂ ਵੱਡੀ ਐਗਜ਼ਾਮਪਲ ਪੰਜਾਬ ਦਾ ਬੱਬਰ ਸ਼ੇਰ ਸਨੀ ਦਿਓਲ ਤੇ ਉਹਦਾ ਪਿਓ ਧਰਮਿੰਦਰ। ਤਾਂ ਸਾਨੂੰ ਇਹ ਮਾਣ ਹੁੰਦਾ ਸੀ
ਕਿ ਸਾਡਾ ਗਵਾਂਢੀ ਪਿੰਡ ਹੈ ਸਾਹਨੇਵਾਲ ਧਰਮਿੰਦਰ ਦਾ, ਕਿ ਅਸੀਂ ਧਰਮਿੰਦਰ ਦੇ ਗਵਾਂਢੀਆਂ ਤੇ ਸਨੀ ਦਿਓਲ ਦੇ ਗਵਾਂਢੀਆਂ। ਕਹਿੰਦੇ ਮਿਲੇ ਤਾਂ ਸਨੀ ਦਿਓਲ ਨੂੰ ਨਹੀਂ ਸੀ, ਪਰ ਫਿਰ ਵੀ ਆਪਣਾਪਣ ਲੱਗੀ ਜਾਂਦਾ ਸੀ ਵੀ ਨਹੀਂ ਯਾਰ ਸਾਡਾ ਆਪਣਾ ਹੈ, ਪੰਜਾਬ ਦੀ ਗੱਲ ਕਰਦਾ। ਤਾਂ ਗਦਾਰਾਂ ਦੀ ਸੂਚੀ ਦੇ ਵਿੱਚ ਸਭ ਤੋਂ ਪਹਿਲਾਂ ਉਹ ਬੰਦਾ ਆਇਆ, ਤੇ ਦੂਜਾ ਬੰਦਾ ਉਹ ਸੀ ਜਿਹਨੇ ਸਭ ਤੋਂ ਵੱਧ ਪੰਜਾਬੀਅਤ ਦਾ ਢੰਡੋਰਾ ਪੱਟਿਆ, ਪੱਗਾਂ ਵੀ ਬੰਨੀਆਂ। ਇੰਟਰਵਿਊਆਂ ਦੇ ਵਿੱਚ ਪੰਜਾਬੀ 'ਚ ਜਦੋਂ ਕਿਸੇ ਫਿਲਮ ਦੀ ਇੰਟਰਵਿਊ ਕਰਨ ਆਉਂਦਾ ਸੀ, ਪੰਜਾਬੀ ਵੀ ਇੱਦਾਂ ਬੋਲਦਾ ਸੀ ਵੀ ਇੱਦਾਂ ਹੀ ਫੀਲ ਕਰਾਉਂਦਾ ਸੀ ਕਿ ਮੈਂ ਪੰਜਾਬੀ ਹੀ ਹਾਂ। ਉਹ ਸੀਗਾ ਅਕਸ਼ੇ ਕੁਮਾਰ। ਇਹਨਾਂ ਦੋ ਲੋਕਾਂ ਤੋਂ ਸਾਨੂੰ ਬਹੁਤ ਆਸ ਸੀ ਕਿ ਇਹ ਉਸ ਲੈਵਲ ਤੇ ਪਹੁੰਚੇ ਹੋਏ ਆ ਜਿੱਥੇ ਇਹ ਸਾਡੀ ਸਪੋਰਟ ਦੇ ਵਿੱਚ ਆਉਣਗੇ ਤਾਂ ਜਿਹੜਾ ਸਾਡਾ ਸੰਘਰਸ਼ ਹੈ ਉਹ ਰਾਤੋਂ ਰਾਤ ਇੱਕ ਇੰਟਰਨੈਸ਼ਨਲ ਲੈਵਲ ਤੇ ਚਲਾ ਜਾਊਗਾ। ਪਰ ਜਦੋਂ ਇੱਕ ਸੰਘਰਸ਼ ਸੱਚਾ ਹੋਵੇ, ਜਿਹੜੇ ਸੱਚੀ ਰੂਹ ਨਾਲ ਅੱਜ ਕਿਸਾਨ ਲੱਗੇ ਹੋਏ ਨੇ, ਕਿਉਂਕਿ ਇਹਨਾਂ ਦੀ ਮਿਹਨਤ ਸੱਚੀ ਹੈ, ਇਹਨਾਂ ਦੀ ਸ਼ਿੱਦਤ ਸੱਚੀ ਹੈ, ਉਹ ਤਾਂ ਨਹੀਂ ਆਏ। ਇੰਟਰਨੈਸ਼ਨਲ ਲੈਵਲ ਤੇ ਇਸ ਸੰਘਰਸ਼ ਨੂੰ ਲੈ ਕੇ ਜਾਣ ਵਾਲੀ ਰਿਹਾਨਾ, ਗ੍ਰੇਟਾ ਥਨਬਰਗ, ਜਿਹੜੇ ਇਸ ਇੱਕ ਚੰਗੇ ਸਮਾਜ ਦੀ ਕਲਪਨਾ ਕਰਦੇ ਆ, ਇੱਕ ਇਨਸਾਨੀਅਤ ਪਸੰਦ ਲੋਕ ਨੇ, ਉਹ ਸਾਡੀ ਸਪੋਰਟ ਦੇ ਵਿੱਚ ਆ ਗਏ। ਉਦੋਂ ਬਾਅਦ ਫਿਰ ਕੀ ਹੋਇਆ? ਉਦੋਂ ਬਾਅਦ 'ਚ ਸਾਰੇ ਟੂਗੈਦਰ ਇੰਡੀਆ ਸਾਰੇ ਹੀ ਜਿੰਨੇ ਵੀ ਸੀਗੇ, ਚਾਹੇ ਕੋਈ ਕਰੈਕਟਰ ਸੀ। ਪਿਛਲੇ ਦਿਨਾਂ 'ਚ ਕੀ ਹੋਇਆ? ਹੁਣ ਹੈ ਤਾਂ ਸਾਰੇ ਪੰਜਾਬੀ ਨੇ। ਵਿਰਾਟ ਕੋਹਲੀ ਇੰਗਲੈਂਡ ਦੇ ਵਿੱਚ ਖੇਡਣ ਗਿਆ ਤੇ 7ਵੀਂ 8ਵੀਂ ਵਾਰੀ 0 ਤੇ ਆਊਟ ਹੋ ਗਿਆ। ਤਾਂ ਕਿਸੇ ਨੇ ਟਿੱਪਣੀ ਕੀਤੀ ਕਿ ਇਹ ਬੰਦਾ ਵੀ ਟੂਗੈਦਰ ਇੰਡੀਆ ਦੇ ਹੱਕ 'ਚ ਸੀ, ਇਹਨੇ ਹੈਸ਼ਟੈਗ ਚਲਾਇਆ ਤੇ ਕਿਸਾਨਾਂ ਦੇ ਪੱਖ 'ਚ ਨਹੀਂ ਆਇਆ, ਤਾਂ ਇਹ ਰੱਬ ਨੇ ਇਹਦੇ ਮੂੰਹ ਤੇ ਚਪੇੜ ਮਾਰੀ ਆ। ਤਾਂ ਦੇਖੋ ਇੱਕ ਸੱਚੇ ਸੰਘਰਸ਼ ਦੇ ਨਾਲ ਵਾਹਿਗੁਰੂ ਕਿਵੇਂ ਖੜਦਾ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਕਿ ਜਲੰਧਰ ਇੱਕ ਧਰਨਾ ਲੱਗਿਆ ਬਹੁਤ ਵੱਡਾ ਕਿਸਾਨਾਂ ਦਾ। ਪਹਿਲਾਂ ਵੀ ਦੁਆਬੇ ਦੀਆਂ ਜਥੇਬੰਦੀਆਂ ਬਹੁਤ ਸੰਘਰਸ਼ ਕਰਦੀਆਂ ਰਹੀਆਂ ਨੇ ਫਸਲਾਂ ਦੇ ਰੇਟ ਨੂੰ ਲੈ ਕੇ, ਪਰ ਉਹ ਸੰਘਰਸ਼ ਬਹੁਤ ਲੰਬੇ ਚਲੇ ਜਾਂਦੇ ਸੀ। ਰਾਜੇਵਾਲ ਸਾਹਿਬ ਉਹਨਾਂ ਨੇ ਵੀ ਬਹੁਤ ਸੰਘਰਸ਼ ਕੀਤੇ ਆ। ਅੱਜ ਉਹ ਸੰਘਰਸ਼ 4 ਦਿਨਾਂ ਦੇ ਵਿੱਚ ਅਸੀਂ ਕਿਉਂ ਜਿੱਤ ਗਏ, ਕਿਉਂ ਗੰਨੇ ਦਾ ਰੇਟ ਲੈ ਲਿਆ? ਕਿਉਂਕਿ ਸੂਬੇ ਦੀਆਂ ਸਰਕਾਰਾਂ ਨੂੰ ਵੀ ਇਹ ਪਤਾ ਹੈ ਵੀ ਜੇ ਦਿੱਲੀ ਤੋਂ ਜਿਹੜੇ ਇੱਕ ਤਾਂ ਕੁੰਡਲੀ ਬਾਰਡਰ ਤੇ ਟਰੈਕਟਰ ਖੜੇ ਆ, ਇੱਕ ਮੂਹਰੇ ਸੁਖਦੇਵ ਢਾਬੇ ਕੋਲ ਖੜੇ ਆ, ਜੇ ਉਹਨਾਂ ਦਾ ਮੂੰਹ ਵੀ ਇੱਧਰ ਨੂੰ ਹੋ ਗਿਆ ਤੇ ਫਿਰ ਸਾਨੂੰ ਬਹੁਤ ਔਖਾ ਹੋ ਜਾਣਾ। ਸਾਨੂੰ ਤਾਂ ਲੋਕ ਪਹਿਲਾਂ ਨਹੀਂ ਪਿੰਡਾਂ 'ਚ ਵੜਨ ਦਿੰਦੇ। ਤਾਂ ਕਰਕੇ ਉਹ ਜਿਹੜਾ ਸੰਘਰਸ਼ ਆ ਅਸੀਂ ਬਹੁਤ ਘੱਟ ਸਮੇਂ ਦੇ ਵਿੱਚ ਜਿੱਤ ਗਏ। ਅੱਜ ਜਿੱਥੇ ਸਰਕਾਰਾਂ ਤੋਂ ਅਸੀਂ ਇਹ ਆਸ ਕਰਦੇ ਹਾਂ ਕਿ ਉਹ ਚੁਣੀਆਂ ਹੋਈਆਂ ਨੇ ਸਾਡੇ ਪੱਖ ਦੀ ਗੱਲ ਕਰਨਗੀਆਂ, ਸਾਡੇ ਹਿੱਤ ਦੀ ਗੱਲ ਕਰਨਗੀਆਂ, ਉਹ ਬਿਲਕੁਲ ਨਾ ਸਾਡੇ ਪੱਖ 'ਚ ਆਈਆਂ ਨੇ ਨਾ ਹਿੱਤ 'ਚ ਆਈਆਂ ਨੇ। ਅੱਜ ਕਿਉਂ, ਮੈਂ ਸੱਚ ਹੀ ਬੋਲੂੰਗਾ, ਅੱਜ ਕਿਉਂ ਇਹ ਆਵਾਜ਼ ਉੱਠ ਰਹੀ ਹੈ ਕਿ ਜਥੇਬੰਦੀਆਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਤੇ ਇਹੋ ਜਿਹੇ ਸਾਡੇ ਆਗੂ ਹੋਣੇ ਚਾਹੀਦੇ ਆ? ਕਿਉਂਕਿ ਜਿਹੜਾ ਕੰਮ ਸਰਕਾਰ ਨੇ ਕਰਨਾ ਸੀ ਉਹ ਇਹਨਾਂ ਨੇ ਕੀਤਾ। ਕੱਲਾ ਕਿਸਾਨੀ ਸੰਘਰਸ਼ ਦਿੱਲੀ ਦੀਆਂ ਸਰਹੱਦਾਂ ਤੇ ਨਹੀਂ ਲੜਿਆ, ਉਹ ਤਾਂ ਲੜ ਹੀ ਰਹੇ ਨੇ। ਮਹਿੰਗਾਈ ਦੇ ਖਿਲਾਫ ਵੀ ਜਦੋਂ ਧਰਨਾ ਲਾਉਣਾ ਹੈ, ਜੇ ਅੱਜ ਸਰਕਾਰ ਕੋਈ ਗੱਲ ਕਹਿੰਦੀ ਹੈ ਤਾਂ ਲੋਕ ਪਿੰਡਾਂ 'ਚ ਮਜ਼ਾਕ ਬਣਾ ਦਿੰਦੇ ਆ ਕਿ ਯਾਰ ਹੁਣ ਅਸੀਂ ਤੁਹਾਡੀ ਗੱਲ ਮੰਨਾਂਗੇ। ਜਦੋਂ ਜਥੇਬੰਦੀ ਕੋਈ ਕਾਲ ਦਿੰਦੀ ਆ, ਸੰਯੁਕਤ ਮੋਰਚਾ ਕੋਈ ਕਾਲ ਦਿੰਦਾ, ਹਰ ਇੱਕ ਬੰਦਾ ਆਪਦੀ ਜ਼ਿੰਮੇਵਾਰੀ ਸਮਝਦਾ ਹੋਇਆ ਉਸ ਕਾਲ ਤੇ ਫੁੱਲ ਚੜਾਉਂਦਾ ਕਿ ਨਹੀਂ ਯਾਰ ਇਹ ਸਾਡੀ ਸਾਰਿਆਂ ਦੀ ਲੜਾਈ ਹੈ, ਇਹ ਸਾਂਝੀ ਲੜਾਈ ਹੈ। ਇਲੈਕਸ਼ਨਾਂ ਲੜਨਾ ਨਹੀਂ ਲੜਨਾ ਉਹ ਇਹਨਾਂ ਦਾ ਡਿਸੀਜਨ ਹੈ ਕੀ ਕਰਨਾ। ਅਸੀਂ ਨਹੀਂ ਚਾਹੁੰਦੇ ਕਿ ਇਹ ਆਪਦੇ ਉਸ ਮੁੱਦੇ ਤੋਂ ਭਟਕਣ ਕੇ ਇਲੈਕਸ਼ਨਾਂ ਲੜਨਾ, ਪਰ ਇੱਕ ਭਾਵਨਾ ਹੈ ਕਿ ਇਹ ਲੋਕ ਨੇ, ਇਹ ਸੱਚੇ ਲੋਕ ਨੇ, ਇਹਨਾਂ ਤੋਂ ਸਾਨੂੰ ਇਨਸਾਫ ਦੀ ਆਸ ਹੈ, ਇਹ ਸਾਡੇ ਮੁੱਦਿਆਂ ਦੀ ਗੱਲ ਕਰਦੇ ਆ, ਪਰ ਇਹਨਾਂ ਦੇ ਸਿਰ ਤੇ ਹਲੇ ਜ਼ਿੰਮੇਵਾਰੀ ਬਹੁਤ ਵੱਡੀ ਆ। ਹੁਣ ਉੱਥੋਂ ਹੀ ਗੱਲ ਆ ਜਾਂਦੀ ਹੈ ਨਾ ਕਿ ਇੱਕ ਤਜਰਬਾ ਹੁੰਦਾ, ਇੱਕ ਉਮਰ ਦਾ ਤਜਰਬਾ ਹੁੰਦਾ। ਪਿਛਲੇ ਦਿਨਾਂ 'ਚ ਰਾਜੇਵਾਲ ਸਾਹਿਬ ਚੰਡੀਗੜ੍ਹ ਆਏ ਤੇ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਸੀ ਜਿਹੜਾ ਮਿਸ਼ਨ ਯੂਪੀ ਚੱਲਣ ਲੱਗਿਆ। ਮੈਨੂੰ ਲੱਗਦਾ ਰਾਜੇਵਾਲ ਸਾਹਿਬ 3 ਕੁ ਮਹੀਨੇ ਹੋ ਗਏ ਜੀ ਪਹਿਲਾਂ, ਜਦੋਂ ਤੁਸੀਂ ਚੰਡੀਗੜ੍ਹ ਆ ਕੇ ਪ੍ਰੈਸ 'ਚ ਕਹਿ ਕੇ ਗਏ ਸੀ ਕਿ ਅਸੀਂ ਯੂਪੀ ਦੇ ਵਿੱਚ ਵੀ ਜਾਵਾਂਗੇ। ਤਾਂ ਹੁਣ ਮੈਂ ਗੱਲ ਤੁਹਾਨੂੰ ਦੱਸਣ ਲੱਗਾ, ਤੇ ਜਦੋਂ ਇਹਨਾਂ ਨੇ ਕਿਹਾ ਕਿ ਜੇ ਗਵਰਨਮੈਂਟ ਨੇ ਇਹ ਕਾਨੂੰਨ ਵਾਪਸ ਨਾ ਲਏ ਅਸੀਂ ਯੂਪੀ ਦੇ ਵਿੱਚ ਵੀ ਜਾਵਾਂਗੇ, ਇੱਕ ਸੋਚ ਦਾ ਫਰਕ ਦੱਸਦਾ ਕਿ ਜਿਹੜੇ ਲੋਕ ਸਾਨੂੰ ਇਹ ਕਹਿਣ ਲੱਗ ਜਾਂਦੇ ਨੇ ਕਿ ਅਸੀਂ ਯੂਥ ਨੂੰ ਰਿਪਰੈਜ਼ੈਂਟ ਕਰਦੇ ਹਾਂ ਤੇ ਅਸੀਂ ਹੀ ਹੁਣ ਤੁਹਾਡੇ ਆਗੂ ਹੋਵਾਂਗੇ। ਇਹ ਬਹੁਤ, ਸਾਨੂੰ ਵੀ ਬਹੁਤ ਵਾਰੀ ਫੋਨ ਆਉਂਦੇ ਆ ਕਿ ਕੋਈ ਐਸੀ ਜਥੇਬੰਦੀ ਬਣਾ ਲਓ। ਮੰਨਦੇ ਆ ਕਿ ਪੰਜਾਬ ਦਾ ਸਿਸਟਮ ਖਰਾਬ ਹੈ, ਪਰ ਹਲੇ ਅਸੀਂ ਇੱਕ ਕਿਸਾਨੀ ਸੰਘਰਸ਼ ਦੇ ਵਿੱਚ ਹਾਂ। ਸਾਡੇ ਕੋਲ ਕੋਈ ਉਹ ਨੌਲੇਜ ਨਹੀਂ ਹੈਗੀ ਕਿ ਅਸੀਂ ਪੰਜਾਬ ਦੀਆਂ ਜਿਹੜੀਆਂ ਬਾਕੀ ਪ੍ਰੋਬਲਮਸ ਨੇ ਉਹਨਾਂ ਨੂੰ ਵੀ ਸੋਲਵ ਕਰ ਦਾਂਗੇ। ਅਸੀਂ ਤਾਂ ਸਿਰਫ ਉਹ ਆਗੂ ਆ, ਉਹ ਇੱਕ ਛੋਟੇ ਜਿਹੇ ਸਿਪਾਹੀ ਆ ਕਿ ਸੰਯੁਕਤ ਕਿਸਾਨ ਮੋਰਚਾ ਕੋਈ ਵੀ ਪ੍ਰੋਗਰਾਮ ਦਿੰਦਾ, ਕੋਈ ਵੀ ਕਾਲ ਦਿੰਦਾ, ਸਾਡਾ ਕੰਮ ਹੈ ਅਸੀਂ ਯੂਥ ਨੂੰ ਇਕੱਠਾ ਕਰਕੇ ਮੂਹਰੇ ਲਾ ਦੇਣਾ। ਤਾਂ ਜਦੋਂ ਇਹ ਬਿਆਨ ਦੇ ਕੇ ਗਏ ਕਿ ਯੂਪੀ ਦੇ ਵਿੱਚ ਵੀ ਅਸੀਂ ਉਹਨਾਂ ਦੇ ਮੂਹਰੇ ਜਾ ਕੇ ਅੜਾਂਗੇ, ਥੋੜ੍ਹਾ ਜਿਹਾ ਗੁੱਸਾ ਤਾਂ ਖੈਰ ਮਮਤਾ ਤੇ ਵੀ ਸੀਗਾ ਕਿ ਪਹਿਲਾਂ ਬੰਗਾਲ ਦੇ ਵਿੱਚ ਵੀ ਕਿਸਾਨ ਗਏ ਆ, ਉੱਥੇ ਵੀ ਕਿਸਾਨਾਂ ਕਰਕੇ
ਜਿਹੜੀ ਮਮਤਾ ਜਿੱਤੀ ਹੈ, ਪਰ ਮੁੜ ਕੇ ਉਹਨੇ ਬਹੁਤੀ ਸਾਰ ਨਹੀਂ ਲਈ ਸਾਡੀ। ਧੰਨਵਾਦ ਕੀਤਾ, ਧੰਨਵਾਦ ਤਾਂ ਹਾਰਿਆ ਹੋਇਆ ਐਮਐਲਏ ਵੀ ਆਪਣੇ ਲੋਕਾਂ ਦਾ ਕਰ ਦਿੰਦਾ, ਪਰ ਸਾਨੂੰ ਆਸ ਸੀਗਾ ਕਿ ਉਹ ਆ ਕੇ ਸਾਡੇ ਮੰਚ ਤੇ ਇਹ ਭਰੋਸਾ ਦਿਵਾਊਗੀ ਕਿ ਅਸੀਂ ਤੁਹਾਡੇ ਨਾਲ ਆ। ਕਿ ਹੁਣ ਮੈਨੂੰ ਲੱਗਿਆ ਕਿ ਯਾਰ ਵੀ ਯੂਪੀ ਦੇ ਵਿੱਚ ਜਾਣ ਦੀ ਕੀ ਲੋੜ ਹੈ, ਸਾਨੂੰ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਣ ਦੀ ਲੋੜ ਹੈ। ਤਾਂ ਅੱਜ ਉਹ ਚੀਜ਼ ਸਮਝ 'ਚ ਆਉਂਦੀ ਹੈ ਸਾਡੇ ਕਿ ਯੂਪੀ ਦੇ ਵਿੱਚ ਜਾਣ ਦੀ ਕਿਉਂ ਲੋੜ ਹੈ, ਕਿਉਂਕਿ ਐਡੀ ਬੇਸ਼ਰਮ ਸਰਕਾਰ ਹੈ, ਇਹ ਬਿਲਕੁਲ ਮੰਨਣ ਤੇ ਤਿਆਰ ਹੀ ਨਹੀਂ ਹੈਗੀ। ਹੁਣ ਯੂਪੀ ਦੇ ਵਿੱਚ ਜਾ ਕੇ ਇਹ ਕਿਵੇਂ ਮੰਨੂਗੀ, ਕਿਉਂਕਿ ਯੂਪੀ ਇੱਕ ਐਸਾ ਸੂਬਾ ਹੈ ਜਿੱਥੋਂ ਸੈਂਟਰ ਦੀ ਜਿਹੜੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਉਹ ਰਾਹ ਜਾਂਦਾ ਹੈ। ਇੱਕ ਕਹਾਵਤ ਬਣੀ ਹੋਈ ਹੈ ਜਾਂ ਇੱਕ ਧਾਰਨਾ ਕਿ ਜਿਹੜੀ ਯੂਪੀ ਦੇ ਵਿੱਚ ਜਿਹਦੀ ਗੌਰਮੈਂਟ ਹੋਈ ਉਹਦੀ ਪੂਰੀ ਭਾਰਤ ਦੇ ਵਿੱਚ ਸਰਕਾਰ ਉਹਦੀ ਹੋਊਗੀ, ਕਿਉਂਕਿ ਸਭ ਤੋਂ ਵੱਧ ਜਿਹੜੀਆਂ ਸੀਟਾਂ ਨੇ ਯੂਪੀ ਦੇ ਵਿੱਚ ਨੇ ਲੋਕ ਸਭਾ ਦੀਆਂ। ਤਾਂ ਜਦੋਂ ਅਸੀਂ ਜਿਵੇਂ ਬੰਗਾਲ ਦੇ ਵਿੱਚ ਜਿੱਤ ਪੈਦਾ ਕੀਤੀ ਹੈ, ਉਦੋਂ ਜਿਵੇਂ ਹੁਣ ਅਸੀਂ ਯੂਪੀ ਦੇ ਵਿੱਚ ਜਾਵਾਂਗੇ, ਉਹ ਗੱਲ ਵੱਖ ਹੈ ਕਿ ਜੇ ਤਾਂ ਪੇਪਰਾਂ ਵਾਲੀਆਂ ਵੋਟਾਂ ਹੋਈਆਂ ਫਿਰ ਤਾਂ ਚਲੋ ਬੀਜੇਪੀ ਮੂੰਹ ਮੂੰਹ ਜਾ ਕੇ ਡਿੱਗੂਗੀ, ਹਾਰੂਗੀ। ਹੁਣ ਜੇ ਜਿੱਤੇ ਈਵੀਐਮ ਦੇ ਨਾਲ, ਫਿਰ ਉਹਦਾ ਸਾਡੇ ਕੋਲ ਕੋਈ ਹੱਲ ਨਹੀਂ। ਉਹਦਾ ਵੀ ਹੱਲ ਜੇ ਐਤਕੀ ਵੀ ਈਵੀਐਮ ਦੇ ਸਹਾਰੇ ਜਿੱਤ ਕੇ ਸੱਤਾ ਦੇ ਵਿੱਚ ਆਉਂਦੇ ਨੇ, ਤਾਂ ਮੈਂ ਇਹ ਗੱਲ ਗਾਰੰਟੀ ਦੇ ਨਾਲ ਕਹਿ ਸਕਦਾ ਕਿ ਅੱਜ ਤਾਂ ਇਹ ਜਿਹੜਾ ਸੰਘਰਸ਼ ਹੈ ਇਹ ਕਿਸਾਨਾਂ ਦਾ ਹੈ। ਫਿਰ ਇਹ ਮੁਲਕ ਤਖਤਾ ਪਲਟ ਦੇ ਵੱਲ ਨੂੰ ਵਧੂਗਾ। ਆਮ ਲੋਕ ਵੀ ਸੜਕਾਂ ਦੇ ਉੱਤੇ ਉਤਰੇ ਆਉਣਗੇ, ਅੱਜ ਵੀ ਉਤਰੇ ਹੋਏ ਨੇ, ਕਿਉਂਕਿ ਕੋਈ ਹਾਲ ਹੀਲਾ ਨਹੀਂ ਰਿਹਾ। ਤੁਸੀਂ ਦੇਖ ਲਓ, ਹਰ ਇੱਕ ਚੀਜ਼ ਤੇ ਕਾਰਪੋਰੇਟ ਦਾ ਕਬਜ਼ਾ ਹੈ। ਤੇਲ ਹੈ ਸਾਰਾ, ਸਰੋਂ ਲੈ ਗਿਆ ਅਡਾਨੀ, ਲੈ ਗਿਆ ਸੇਬ ਅੰਬਾਨੀ, ਲੈ ਗਿਆ। ਤਾਂ ਪੰਜਾਬ ਦੀ ਧਰਤੀ ਹੈ ਜਿੱਥੋਂ, ਕਿਉਂਕਿ ਇੱਕ ਸਾਡਾ ਇਤਿਹਾਸ ਹੈ ਬਹੁਤ ਵੱਡਾ ਕਿ ਸਾਨੂੰ ਇਹ ਸਿਖਾਇਆ ਗਿਆ ਸਾਡੇ ਗੁਰੂਆਂ ਵੱਲੋਂ ਕਿ ਜਿੱਥੇ ਜ਼ੁਲਮ ਹੁੰਦਾ ਹੈ, ਜਿੱਥੇ ਕੋਈ ਵੀ ਸਮਾਜ ਦੇ ਪ੍ਰਤੀ ਕੋਈ ਕੁਰੀਤੀ ਵਰਤੀ ਜਾਂਦੀ ਹੈ, ਅਸੀਂ ਉਹਦੇ ਹੱਕ 'ਚ ਆ ਕੇ ਖੜਨਾ, ਉਹਦੇ ਨਾਲ ਖੜਨਾ। ਤੇ ਪੰਜਾਬ ਦੀ ਧਰਤੀ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਤੇ ਇਹ ਆਸ ਕਰਦਾ ਕਿ ਇਹ ਅਸੀਂ ਸੰਘਰਸ਼ ਜਿੱਤ ਕੇ ਬਹੁਤ ਜਲਦੀ ਪੰਜਾਬ ਦੀ ਧਰਤੀ ਤੇ ਆਵਾਂਗੇ। ਜਿਹੜੇ ਇਸ ਸੰਘਰਸ਼ ਦੇ ਵਿੱਚ ਸਾਡੇ ਕਿਸਾਨ ਭਰਾ ਸ਼ਹਾਦਤਾਂ ਪਾ ਗਏ, ਉਹਨਾਂ ਦੀਆਂ ਸ਼ਹਾਦਤਾਂ ਨੇ ਜਿਹੜੀਆਂ ਉਹ ਵਿਅਰਥ ਨਹੀਂ ਜਾਣਗੀਆਂ। ਅੱਜ ਮੈਂ ਇੱਥੇ ਬਸ ਇਹੀ ਗੱਲ ਕਹਿ ਕੇ ਸਮਾਪਤੀ ਕਰੂੰਗਾ ਕਿ ਯੂਥ ਨੂੰ ਅਸੀਂ ਇੱਥੇ ਬਹੁਤ ਵੱਡੇ ਪੱਧਰ ਤੇ ਪਿੰਡਾਂ 'ਚ ਵੀ ਜਾਂਦੇ ਹਾਂ, ਰੋਜ਼ ਵੱਡੇ ਵੱਡੇ ਪ੍ਰੋਗਰਾਮ ਵੀ ਕਰਦੇ ਹਾਂ, ਪਰ ਅੱਜ ਇੱਥੇ ਪ੍ਰੋਗਰਾਮ ਕਰਨ ਨਾਲੋਂ ਸਾਨੂੰ ਅੱਜ ਲੋੜ ਹੈ ਕਿ ਆਪਾਂ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਚਾਲੇ ਪਾਈਏ। ਕਿਸ ਤੋਂ ਇੱਕ ਦਿਨ ਲੱਗਦਾ, 2 ਦਿਨ ਲੱਗਦੇ ਨੇ, ਜ਼ਰੂਰ ਇਹ ਟਾਈਮ ਕੱਢਿਆ ਕਰੋ ਕਿ ਅੱਜ ਜਿਵੇਂ ਇੱਥੇ ਆਪਾਂ ਪ੍ਰੋਗਰਾਮ ਕੀਤਾ, ਮੈਂ ਅਗਲੀ ਵਾਰੀ ਵੀ ਪ੍ਰੋਗਰਾਮ ਹੋਣਗੇ, ਕੋਈ ਇਹ ਤਾਂ ਹੈ ਨਹੀਂਗਾ ਕਿ ਅੱਜ ਹੀ ਇਕੱਲਾ ਪ੍ਰੋਗਰਾਮ ਹੋਇਆ। ਜਦੋਂ ਤੁਸੀਂ ਅਗਲੀ ਵਾਰੀ ਪ੍ਰੋਗਰਾਮ ਰੱਖੋ ਤਾਂ ਤੁਸੀਂ ਜ਼ਰੂਰ ਇਹ ਨਾਲ ਬੈਨਰ ਤੇ ਲਿਖ ਕੇ ਲਾ ਦਿਓ ਕਿ ਇਸ ਪ੍ਰੋਗਰਾਮ ਦੀ ਜਦੋਂ ਸਮਾਪਤੀ ਹੋਊਗੀ ਉਦੋਂ ਬਾਅਦ 'ਚ ਅਸੀਂ 2 ਗੱਡੀਆਂ ਜਾਂ 3 ਗੱਡੀਆਂ ਦਿੱਲੀ ਨੂੰ ਲੈ ਕੇ ਜਾਣੀਆਂ ਨੇ। ਜਿਹੜਾ ਵੀ ਵੀਰ ਇੱਛਾ ਜਤਾਊਗਾ ਕਿ ਅਸੀਂ ਜਾਣਾ ਹੈ, ਉਹ ਸਾਡੇ ਨਾਲ ਚੱਲੇ ਤੇ ਆਪ ਦਾ ਫਰਜ਼ ਸਮਝਦੇ ਹੋਏ ਤੁਸੀਂ ਜਾਇਓ ਵੀ, ਕਿਉਂਕਿ ਸਾਨੂੰ ਉੱਥੇ ਸੰਘਰਸ਼ ਮਜ਼ਬੂਤ ਕਰਨ ਦੀ ਜ਼ਿਆਦਾ ਲੋੜ ਹੈ। ਸੋ ਇਹ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਯੂਥ ਹੈ ਜਿਹਦੇ ਤੇ ਬਹੁਤ ਵੱਡੇ ਵੱਡੇ ਧੱਬੇ ਲੱਗੇ ਹੋਏ ਸੀ, ਉੜਤਾ ਪੰਜਾਬ, ਇੱਥੇ ਇਹ ਵੀ ਕਿਹਾ ਜਾਂਦਾ ਸੀ ਕਿ ਲੱਚਰ ਗਾਇਕੀ ਗਾਉਣੇ ਵਾਲਿਆਂ ਨੇ ਫੈਲਾਤੀ। ਅੱਜ ਉਹੀ ਨੌਜਵਾਨ ਨੇ, ਉਹੀ ਸਾਡੇ ਵੀਰ ਨੇ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਇਹਨਾਂ ਦੀਆਂ ਬਾਹਾਂ ਦੇ ਵਿੱਚ ਚਿੱਟੇ ਦੀਆਂ ਸੂਈਆਂ ਰਹਿ ਗਈਆਂ, ਉਹੀ ਪੰਜਾਬੀ ਗਾਇਕ ਨੇ। ਇੰਡਸਟਰੀ ਹੈ। ਜੇ ਬਦਲਾਅ ਦੀ ਗੱਲ ਕਰੀਏ ਤਾਂ ਕਹਿੰਦੇ ਆ ਕਿ ਅਸੀਂ ਕੀ ਖੱਟ ਲਿਆ। ਮੈਂ ਇੱਕ ਧਰਨੇ ਦੇ ਨਾਲ ਰਿਲੇਟਡ ਨਹੀਂ ਕੁਝ ਦੱਸੂਗਾ, ਮੈਂ ਆਪਦੇ ਕਿੱਤੇ ਦੇ ਨਾਲ ਰਿਲੇਟਡ ਇੱਕ ਚੀਜ਼ ਦੱਸੂਗਾ। ਨਿਰਵੈਰ ਵੀ ਇੱਥੇ ਬੈਠਾ, ਹੁਣ 2 ਮਹੀਨਿਆਂ ਤੱਕ ਵਿਆਹਾਂ ਦੇ ਪ੍ਰੋਗਰਾਮ ਚੱਲਣ ਲੱਗ ਜਾਣੇ। ਜੇ ਅਸੀਂ ਦੱਸੀਏ ਕਿ ਅਸੀਂ ਕੀ ਪ੍ਰਾਪਤ ਕਰ ਲਿਆ, ਜਿੱਥੇ ਵਿਆਹਾਂ ਦੇ ਵਿੱਚ ਇਹ ਗੀਤ ਚੱਲਦੇ ਹੁੰਦੇ ਸੀ ਵੀ 2 ਪੈਗ ਲਾ ਲਓ, 3 ਪੈਗ ਲਾ ਲਓ, ਚੱਕ ਲਓ, ਗੋਲੀ ਚਲਾ ਦਿਓ, ਅੱਜ ਉੱਥੇ ਸਾਡੇ ਸਾਰੇ ਵਿਆਹ ਨੇ ਜਿਹੜੇ ਉਹ ਕਿਸਾਨੀ ਵਾਲੇ ਗੀਤਾਂ ਤੇ ਟੱਪ ਜਾਂਦੇ ਆ। 2.5 ਘੰਟੇ ਦਾ ਪ੍ਰੋਗਰਾਮ ਹੁੰਦਾ, 2.5 ਘੰਟੇ ਦੇ ਵਿੱਚ ਕਿਸਾਨੀ ਵਾਲਾ ਗੀਤ ਮੈਂ ਕਹਿੰਦਾ ਘੱਟੋ ਘੱਟ ਜੇ ਜ਼ਿਆਦਾ ਨਹੀਂ ਤਾਂ 20 ਵਾਰੀ ਗਾਉਣਾ ਪੈਂਦਾ। ਚਾਹੇ ਉਹ ਜੋੜੀ ਨੇ ਨੱਚਣਾ ਹੋਵੇ ਤਾਂ ਗਾਉਣਾ ਪੈਂਦਾ, ਚਾਹੇ ਕੋਈ ਬਜ਼ੁਰਗ ਹੋਣ, ਚਾਹੇ ਨੌਜਵਾਨ ਹੋਣ। ਇਹ ਬਦਲਾਅ ਹੈ, ਇਹ ਸਾਡੀ ਗਾਇਕੀ ਦੇ ਵਿੱਚ ਵੀ ਬਦਲਾਅ ਹੈ, ਸਾਡੇ ਸੱਭਿਆਚਾਰ ਦੇ ਵਿੱਚ ਵੀ ਬਦਲਾਅ ਹੈ, ਜਿਹੜਾ ਬਹੁਤ ਗੰਧਲਾ ਹੋ ਚੁੱਕਿਆ ਸੀ। ਤੇ ਮੈਂ ਮੰਨਦਾ ਕਿ ਸੱਚੀ ਨੂੰ ਗੰਧਲਾ ਹੋ ਚੁੱਕਿਆ ਸੀ, ਪਰ ਫੇਰ ਦੁਬਾਰੇ ਮੁੜ ਕੇ ਅਸੀਂ ਆਪਦੀਆਂ ਜੜ੍ਹਾਂ ਵੱਲ ਨੂੰ ਵਧੇ ਹਾਂ, ਆਪਦੀਆਂ ਜ਼ਿੰਮੇਵਾਰੀਆਂ ਵੱਲ ਨੂੰ ਵਧੇ ਹਾਂ। ਤੇ ਆਸ ਕਰਦਾ ਇਹਨਾਂ ਜ਼ਿੰਮੇਵਾਰੀਆਂ ਤੇ ਇਦਾਂ ਹੀ ਡਟ ਕੇ ਪਹਿਰਾ ਦਿੰਦੇ ਰਹਾਂਗੇ। ਤੁਹਾਡੀ ਸ਼ਾਨ ਦੇ ਖਿਲਾਫ ਕੋਈ ਵੀ ਸ਼ਬਦ ਹੈ ਜਿਹੜਾ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਤਹਿ ਦਿਲ ਤੋਂ ਮਾਫੀ ਚਾਹੁੰਦਾ, ਕਿਉਂਕਿ ਮੈਂ ਕੋਈ ਬੁਲਾਰਾ ਨਹੀਂ। ਤੁਸੀਂ ਸਾਰੇ ਬੜੇ ਸਤਿਕਾਰਯੋਗ ਹੋ। ਪ੍ਰੋਫੈਸਰ ਸਾਹਿਬਾਨ ਬੈਠੇ ਨੇ, ਟੀਚਰ ਬੈਠੇ ਨੇ, VC ਸਾਹਿਬ ਬੈਠੇ ਨੇ। ਅਸੀਂ ਇੱਕ ਆਮ ਸਟੂਡੈਂਟ ਸੀ। ਇਸ ਸੰਘਰਸ਼ ਨੇ ਜ਼ਿੰਦਗੀ ਕਿਵੇਂ ਬਦਲੀ ਮੈਂ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਸੀ। ਹੁਣ ਤੁਸੀਂ ਇਹ ਨਾ ਕਹੋ ਕਿ ਮੈਂ ਆਪਦੇ ਮੂੰਹੋਂ ਆਪਦੀ ਵਡਿਆਈ ਕਰਨ ਲੱਗਿਆ। ਜਿੰਨੀ ਕੁ ਮੇਰਾ ਗਾਇਕੀ ਦਾ 5-6 ਸਾਲ ਦਾ ਸਫ਼ਰ ਹੈ, 5 ਸਾਲ ਹੀ ਤਕਰੀਬਨ ਹੋਏ ਆ। ਜੇ ਮੈਂ 10 ਸਾਲ ਹੋਰ ਵੀ ਗਾ ਲੈਂਦਾ ਤਾਂ ਮੈਨੂੰ ਨਹੀਂ ਲੱਗਦਾ, ਕਿਉਂਕਿ ਅੱਜ ਦੀ ਜਿਹੜੀ ਗਾਇਕੀ ਹੈ ਜਿੰਨੀ ਉਹ ਕਮਰਸ਼ੀਅਲ ਹੋ ਚੁੱਕੀ ਹੈ, ਕੋਈ ਮੇਰੇ ਤੇ ਕਿਤੇ ਕਿਸੇ ਕਿਤਾਬ 'ਚ ਮੇਰਾ ਜ਼ਿਕਰ ਆਉਂਦਾ।
ਇੱਕ ਦਿਨ ਮੈਨੂੰ ਬੜੀ ਹੈਰਾਨੀ ਹੋਈ ਕਿ ਸਾਡੇ ਘਰ ਇੱਕ ਚੰਡੀਗੜ੍ਹ ਯੂਨੀਵਰਸਿਟੀ ਤੋਂ ਪ੍ਰੋਫੈਸਰ ਆਏ ਤੇ ਉਹ ਆ ਕੇ ਬੈਠੇ। ਮੈਨੂੰ ਲੱਗਿਆ ਕਿ ਦਿੱਲੀ ਧਰਨੇ ਦੀ ਗੱਲਬਾਤ ਇਹਨਾਂ ਨੇ ਮੇਰੇ ਨਾਲ ਕਰਨੀ ਹੋਊਗੀ। ਜਦੋਂ ਅਸੀਂ ਚਾਹ ਪੀ ਰਹੇ ਸੀ ਮੈਨੂੰ ਕਹਿੰਦੇ ਕਿ ਤੁਸੀਂ ਜੀ ਆਪਦੀ ਵਿਆਹ ਵਾਲੀ ਫੋਟੋ ਮੈਨੂੰ ਸੈਂਡ ਕਰਿਓ ਕਿ ਤੁਸੀਂ ਝੰਡਾ ਲਾ ਕੇ ਗਏ ਸੀ। ਮੈਂ ਕਿਹਾ ਜੀ ਜ਼ਰੂਰ ਕਰ ਦੂੰਗਾ। ਕਹਿੰਦੇ ਵੀ ਉਦੋਂ ਬਾਅਦ 'ਚ ਮੈਂ ਇੱਕ ਕਿਤਾਬ ਲਿਖ ਰਹੀ ਹਾਂ ਜਿਹਦੇ ਵਿੱਚ ਅਸੀਂ ਤੁਹਾਡਾ ਜ਼ਿਕਰ ਪਾਉਣਾ ਹੈ। ਤਾਂ ਮੈਨੂੰ ਆਪਦੇ ਆਪ ਨੂੰ ਬੜਾ ਇੱਕ ਮਤਲਬ ਅੰਦਰੋਂ ਇੱਕ ਭਾਵਨਾ ਆਈ ਕਿ ਮੈਂ ਸਾਰੀ ਜ਼ਿੰਦਗੀ ਵੀ ਇਸ ਪ੍ਰੋਫੈਸ਼ਨ ਦੇ ਵਿੱਚ ਲਾ ਲੈਂਦਾ, ਕਿਉਂਕਿ ਹੁਣ ਜਿਹੜੀ ਗਾਇਕੀ ਪੰਮੀ ਬਾਈ ਜੀ ਉਹਨਾਂ ਨੇ ਗਾਈ ਹੈ, ਸੱਭਿਆਚਾਰ ਨੂੰ ਪਿਆਰ ਕਰਦੇ ਆ, ਅਸੀਂ ਵੀ ਕਰਦੇ ਹਾਂ। ਪਰ ਅੱਜ ਇੱਕ ਸਮਾਂ ਬਦਲ ਚੁੱਕਿਆ। ਫਿਰ ਵੀ ਬਹੁਤ ਗਾਇਕ ਵੀ ਰਹੇ ਜਿਹਨੇ ਜਿਹੜੇ ਸੱਭਿਆਚਾਰ ਦੀ ਗੱਲ ਕਰਦੇ ਆ, ਪੰਜਾਬ ਦੀ ਗੱਲ ਕਰਦੇ ਆ। ਪਰ ਜੇ ਕਮਰਸ਼ੀਅਲਿਜ਼ਮ 'ਚ ਆ ਜਾਈਏ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡੇ 'ਚੋਂ ਕੋਈ ਵੀ ਗਾਉਣੇ ਵਾਲਾ ਹੈ ਜਾਂ ਜਿਹਦੇ ਤੇ ਕਿਤਾਬ ਲਿਖੀ ਜਾਊਗੀ ਕਿ ਚੰਗੀਆਂ ਗੱਲਾਂ ਕਰਕੇ। ਚਲੋ ਮੇਰੇ ਤੇ ਕਿਤਾਬ ਤਾਂ ਨਹੀਂ, ਕਿਤਾਬ ਧਰਨੇ ਤੇ ਹੈ, ਪਰ ਮੇਰਾ ਇੱਕ ਜ਼ਿਕਰ ਜ਼ਰੂਰ ਉਹਦੇ ਵਿੱਚ ਆਇਆ। ਤਾਂ ਮੇਰੇ ਲਈ ਇਹ ਬਹੁਤ ਪ੍ਰਾਊਡ ਵਾਲੀ ਗੱਲ ਹੈ। ਪ੍ਰਾਊਡ ਵਾਲੀ ਗੱਲ ਕਿਵੇਂ ਆ ਕਿ ਇੱਕ ਪਾਸੇ ਮੇਰਾ ਕੈਰੀਅਰ ਹੈ, ਇੱਕ ਪਾਸੇ ਮੇਰਾ ਸ਼ੌਂਕ ਹੈ, ਸਾਰੀ ਜ਼ਿੰਦਗੀ ਵੀ ਲੱਗ ਜਾਂਦੀ ਹੈ। ਮੈਨੂੰ ਨਹੀਂ ਲੱਗਦਾ ਸੀ ਕਿਤੇ ਕੋਈ ਕਿਸੇ ਨੇ ਜ਼ਿਕਰ ਵੀ ਕਰਨਾ ਸੀ। ਹਾਂ, ਦੂਜੇ ਪਾਸੇ ਨੂੰ ਜ਼ਰੂਰ ਜ਼ਿਕਰ ਕਰ ਦਿੰਦਾ ਵੀ ਕਿਸੇ ਵਿਆਹ ਤੇ ਗੋਲੀ ਚੱਲ ਗਈ, ਗਾਉਣੇ ਵਾਲਿਆਂ ਨੇ ਭਾਈ ਐਸਾ ਇੱਕ ਗੀਤ ਗਾਇਆ ਜਿੱਥੋਂ ਸੁਣ ਕੇ ਕਿਸੇ ਨੇ ਗੋਲੀ ਚਲਾਤੀ। ਪਰ ਇਹ ਸਾਡੇ 'ਚ ਬਦਲਾਅ ਹੈ। ਆਪਸੀ ਭਾਈਚਾਰਕ ਸਾਂਝ ਬਹੁਤ ਵਧੀਆ ਹੈ। ਉਹ ਦਿੱਲੀ ਦੀਆਂ ਸਰਹੱਦਾਂ ਤੇ ਸਾਨੂੰ ਦੇਖਣ ਨੂੰ ਮਿਲਦੀ ਹੈ। ਜਿਵੇਂ ਅਸੀਂ ਪੰਜਾਬ, ਹਰਿਆਣੇ ਵਾਲੇ, ਯੂਪੀ, ਰਾਜਸਥਾਨ ਵਾਲੇ ਉੱਥੇ ਇੱਕ ਹੋ ਕੇ ਬੈਠੇ ਹਾਂ। ਇਹੀ ਏਕੇ ਤੋਂ ਜਿਹੜੀਆਂ ਸਰਕਾਰਾਂ ਨੇ, ਜਿਹੜੀਆਂ ਅਸੀਂ ਚੁਣੀਆਂ ਹੋਈਆਂ ਸਰਕਾਰਾਂ ਨੇ, ਉਹ ਡਰਦੀਆਂ ਨੇ ਕਿ ਹੁਣ ਪੰਜਾਬ ਦੇ ਕਿਸਾਨ ਨੇ ਜਿਹੜੇ ਉਹ ਜਾਗ ਚੁੱਕੇ ਨੇ। ਹੁਣ ਇਹਨਾਂ ਨੇ ਹੱਕ ਮੰਗਣਾ। ਹੁਣ ਇਹਨਾਂ ਨੇ ਸਾਨੂੰ ਇਹ ਨਹੀਂ ਕਹਿਣਾ ਜੀ ਸਾਡੇ ਅਸਲੇ ਦਾ ਲਾਇਸੈਂਸ ਬਣਵਾ ਦਿਓ ਜਾਂ ਸਾਡੇ ਵਿਆਹ ਤੇ ਆ ਜਾਓ ਜਾਂ ਸਾਡੇ ਭੋਗ ਤੇ ਆ ਜਾਓ। ਹੁਣ ਤਾਂ ਪਹਿਲਾਂ ਪਿੰਡ 'ਚ ਪਹੁੰਚਣ ਤੋਂ ਪਹਿਲਾਂ ਫੋਨ ਕਰਨਾ ਪੈਂਦਾ ਆਪਦੇ ਸਪੋਰਟਰਾਂ ਨੂੰ ਵੀ ਵਿਰੋਧ ਵਾਲੇ ਕਿੰਨੇ ਨੇ ਤੇ ਸਾਡੇ ਪੱਖ 'ਚ ਕਿੰਨੇ ਨੇ। ਇਹ ਅਸਲੀ ਕਿਸਾਨੀ ਸੰਘਰਸ਼ ਦੀ ਜਿੱਤ ਹੈ। ਇੱਥੋਂ ਬਦਲਾਅ ਸ਼ੁਰੂ ਹੋਇਆ। ਅੱਜ ਤੋਂ ਪਹਿਲਾਂ ਇੱਕ ਚੀਜ਼ ਕਦੇ ਨਹੀਂ ਦੇਖੀ ਗਈ ਸੀ। ਤਕਰੀਬਨ 15 ਸਾਲ ਤਾਂ ਮੈਨੂੰ ਵੀ ਹੋ ਗਿਆ। ਲੀਡਰ ਸਾਡੇ ਘਰੇ ਆਉਂਦਾ ਸੀ ਸਮਾਂ, ਅਸੀਂ ਰਿਸ਼ਤੇਦਾਰਾਂ ਨੂੰ ਬਦਾਮ ਨਹੀਂ ਖਿਲਾਉਂਦੇ ਸੀ, ਉਹਨਾਂ ਨੂੰ ਖਿਲਾਉਂਦੇ ਸੀ। ਇਹ ਬਦਲਾਅ ਆਪਾਂ ਇੱਦਾਂ ਹੀ ਬਰਕਰਾਰ ਰੱਖਣਾ। ਪਿਛਲੇ ਦਿਨਾਂ 'ਚ ਤੁਸੀਂ ਯੂਨੀਵਰਸਿਟੀ 'ਚ ਵੀ ਦੇਖੋ, ਇਹ ਲੋਕਤੰਤਰ ਹੈ ਜਿਹੜਾ 3 ਕਾਲੇ ਕਾਨੂੰਨਾਂ ਤੋਂ ਅੱਜ ਤੀਵੀਆਂ ਦੀਆਂ ਗੁੱਤਾਂ ਤੱਕ ਪਹੁੰਚ ਗਿਆ, ਸਾਡੀਆਂ ਭੈਣਾਂ ਦੀਆਂ ਗੁੱਤਾਂ ਤੱਕ ਪਹੁੰਚ ਗਿਆ। ਤੁਸੀਂ ਦੇਖੋ ਪਿਛਲੇ ਦਿਨੀ ਕਿਵੇਂ ਤਸ਼ੱਦਦ ਕੀਤਾ ਗਿਆ। 15 ਬੰਦਿਆਂ ਦੇ ਖੜਾ ਕੇ ਚੰਡੀਗੜ੍ਹ ਦੇ ਵਿੱਚ ਗੱਭੇ ਇੱਕ ਭੈਣ ਨੂੰ ਬੇਇੱਜ਼ਤ ਕੀਤਾ ਗਿਆ, ਛੋਟੇ ਛੋਟੇ ਜਵਾਕਾਂ ਤੇ ਤਸ਼ੱਦਦ ਕੀਤਾ ਗਿਆ। ਤਾਂ ਇਹਨੂੰ ਅਸੀਂ ਸਰਕਾਰ ਨਹੀਂ ਕਹਿ ਸਕਦੇ, ਇਹਨੂੰ ਲੋਕਤੰਤਰ ਨਹੀਂ ਕਹਿ ਸਕਦੇ। ਇਹ ਇੱਕ ਗੁੰਡਾ ਤੰਤਰ ਹੈ ਕਿ ਪਾਵਰ ਹੈ ਜਿਹੜੀ ਮਸ਼ੀਨਾਂ ਦੇ ਰਾਹੀਂ ਅਸੀਂ ਜਿੱਤ ਕੇ ਆ ਜਾਣਾ। ਕਾਰਪੋਰੇਟ ਘਰਾਣੇ ਨੇ ਉਹਨਾਂ ਤੋਂ ਪੈਸਾ ਲੈ ਲੈ ਕੇ ਵੋਟਾਂ ਦੇ ਵਿੱਚ ਲਾਈ ਜਾਣਾ ਤੇ ਕੋਈ ਬੋਲੂਗਾ ਆਪਦੇ ਹਿਸਾਬ ਨਾਲ ਕਾਨੂੰਨ ਬਣਾਏ ਹੋਏ ਨੇ, ਚੱਕ ਕੇ ਉਹਦੇ ਤੇ ਪਰਚਾ ਦੇ ਦਾਂਗੇ। ਮੋਹਾਲੀ ਦੇ ਵਿੱਚ ਇੱਕ ਬਹੁਤ ਵੱਡਾ ਕਿਸਾਨ ਸੰਮੇਲਨ ਹੋਇਆ ਜਿੱਥੇ ਸਾਨੂੰ ਵੀ ਬੁਲਾਇਆ ਗਿਆ ਤੇ ਮੈਨੂੰ ਉੱਥੋਂ ਪ੍ਰਸ਼ਾਸਨ ਦਾ ਫੋਨ ਆਉਂਦਾ ਕਿ ਬਾਈ ਜੀ ਸਾਡੇ ਕੋਲ ਇੰਟੈਲੀਜੈਂਸੀ ਦੀ ਰਿਪੋਰਟ ਹੈ। ਮੈਨੂੰ ਇਹ ਨਹੀਂ ਪਤਾ ਕਿ ਕਿਹੜੀ ਇੰਟੈਲੀਜੈਂਸੀ ਹੈ। ਅਸੀਂ 9 ਮਹੀਨਿਆਂ ਤੋਂ ਦਿੱਲੀ ਬੈਠੇ ਹੋ ਗਏ, ਸਾਨੂੰ ਕਿਸੇ ਵੀ ਕਿਸਮ ਦਾ ਕੋਈ ਖਤਰਾ ਨਹੀਂ। ਜਦੋਂ ਵੀ ਸਰਕਾਰ ਦੇ ਨੁਮਾਇੰਦੇ ਆਉਣਗੇ ਤਾਂ ਉਹ ਕਹਿਣਗੇ ਜੀ ਇੰਟੈਲੀਜੈਂਸੀ ਦੀ ਰਿਪੋਰਟ ਹੈ ਪਾਕਿਸਤਾਨ ਤੋਂ ਕਿ ਕਿਸਾਨੀ ਆਗੂਆਂ ਨੂੰ ਖਤਰਾ ਹੈ। ਦੱਸੋ ਇਹਨਾਂ ਨਾਲ ਕਿਹੜੇ ਗਨਮੈਨ ਨੇ? ਇੱਦਾਂ ਹੀ ਸਾਰੀ ਦਿਹਾੜੀ ਇਹ ਪਿੰਡਾਂ 'ਚ ਤੁਰੇ ਫਿਰਦੇ ਨੇ, ਇੱਦਾਂ ਹੀ ਧਰਨੇ ਦੇ ਵਿੱਚ ਤੁਰੇ ਫਿਰਦੇ ਨੇ। ਇਹ ਇੰਟੈਲੀਜੈਂਸ ਉਦੋਂ ਹੀ ਇਹਨਾਂ ਨੂੰ ਰਿਪੋਰਟ ਬਣਾ ਕੇ ਦਿੰਦੀ ਹੈ ਜਦੋਂ ਇਹਨਾਂ ਨੇ ਕੁਛ ਆਪਦਾ ਕਰਨਾ ਹੁੰਦਾ। ਤਾਂ ਮੈਨੂੰ ਕਹਿੰਦੇ ਕਿ ਇੰਟੈਲੀਜੈਂਸ ਦੀ ਰਿਪੋਰਟ ਹੈ, ਤੁਸੀਂ ਇੱਥੇ ਨਾ ਆਇਓ ਜੀ। ਮੈਂ ਕਿਹਾ ਜੀ ਠੀਕ ਹੈ। ਮੈਂ ਕਿਹਾ ਮੈਂ ਇੱਥੇ ਨਾ ਆਵਾਂ ਜਾਂ ਕਿਤੇ ਵੀ ਨਾ ਜਾਵਾਂ? ਨਹੀਂ, ਕਹਿੰਦੇ ਜੀ ਜਿੱਥੇ ਮਰਜ਼ੀ ਜਾਓ, ਸਾਡੇ ਜ਼ਿਲ੍ਹੇ ਦੀ ਹੱਦ 'ਚੋਂ ਬਾਹਰ ਜਾ ਕੇ ਜੋ ਮਰਜ਼ੀ ਕਰੋ। ਤਾਂ ਮੈਂ ਪੰਚਕੂਲੇ ਚਲਾ ਗਿਆ। ਪੰਚਕੂਲੇ ਬਹੁਤ ਮੀਡੀਆ ਸੀ, ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਹੋਇਆ। ਅਸੀਂ ਪ੍ਰੋਟੈਸਟ ਕੀਤਾ, ਵਾਪਸ ਆ ਗਏ। ਪਰ ਪਰਚਾ ਮੇਰੇ ਤੇ ਚੰਡੀਗੜ੍ਹ ਕੱਟਤਾ। ਜਿਹੜੇ ਪ੍ਰਸ਼ਾਸਨ ਤੋਂ ਅਸੀਂ ਇਹ ਆਸ ਕਰਦੇ ਹਾਂ ਕਿ ਸਾਡਾ ਸਾਥ ਦਊਗਾ, ਨਿਰਪੱਖ ਜਾਂਚ ਕਰੂਗਾ, ਅੱਜ ਉਹੀ ਪ੍ਰਸ਼ਾਸਨ ਹੈ ਜਿਹੜਾ ਸਰਕਾਰਾਂ ਨਾਲ ਰਲ ਕੇ ਸਾਡੇ ਲਾਠੀਆਂ ਮਾਰ ਰਿਹਾ ਹੈ। ਪਰ ਫਿਰ ਵੀ ਇਹ ਲਾਠੀਆਂ ਸਾਡਾ ਕੁਝ ਵਿਗਾੜ ਨਹੀਂ ਸਕਣਗੀਆਂ। ਆਪਾਂ ਇਕਜੁੱਟ ਰਹਿਣਾ, ਇੱਕ ਰਹਿਣਾ ਤੇ ਇਸ ਕਿਸਾਨੀ ਸੰਘਰਸ਼ ਨੂੰ ਆਪਾਂ ਹੋਰ ਮਜ਼ਬੂਤ ਕਰਨਾ। ਸੋ ਅਖੀਰ ਦੇ ਵਿੱਚ ਮੈਂ ਤੁਹਾਨੂੰ ਸਭ ਨੂੰ ਇਹੀ ਕਹੂੰਗਾ ਕਿ ਵੱਧ ਤੋਂ ਵੱਧ ਦਿੱਲੀ ਦੀਆਂ ਸਰਹੱਦਾਂ ਵੱਲ ਆਪਾਂ ਵਧੀਏ। ਜਿੰਨਾ ਵੀ ਸਮਾਂ ਸਾਡੇ ਤੋਂ ਉੱਥੇ ਲੱਗਦਾ ਹੈ ਆਪਾਂ ਲਾ ਕੇ ਆਈਏ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।